ਤੁਸੀਂ ਇਹ ਗੱਲ ਕਹਿੰਦੇ ਰਹੇ ਕਿ ਨਹੀਂ ਜੀ ਨਹੀਂ ਆ MSP ਤੋਂ ਬਿਨਾਂ ਆਪਾਂ ਇਧਰਲੇ ਗੱਲਾਂ ਵੱਲ ਵੀ ਧਿਆਨ ਕੇਂਦਰਿਤ ਕਰਕੇ ਮੇਰਾ ਖਿਆਲ ਆ ਵੀ ਉਹਦੇ ਕਰਕੇ ਵੀ ਇੱਕ ਵਿਰੋਧਤਾ ਪੈਦਾ ਹੋਈ ਨਹੀਂ ਜੀ ਨਹੀਂ, ਇਹਨੂੰ ਸਮਝੀਏ ਆਪਾਂ ਪਹਿਲਾਂ। ਅੱਜ ਉੱਥੇ ਹੀ ਖੜੇ ਆ ਅਸੀਂ। MSP ਦੇ ਕੇ ਤਾਂ ਸਾਡੇ ਮਸਲੇ ਨਹੀਂ ਹੱਲ ਹੋਣੇ ਸੀ। ਅੱਜ ਉਹੀ ਤਾਂ ਆਪਾਂ ਕਰ ਰਹੇ ਹਾਂ। ਹੁਣ ਕੀ ਕਹਿ ਰਹੇ ਹਾਂ ਵੀ ਰੱਦ ਕਰੋ। ਕਿਉਂਕਿ ਤੁਹਾਡਾ ਅਧਿਕਾਰ ਹੀ ਨਹੀਂ ਹੈ ਇਹ ਕਾਨੂੰਨ ਬਣਾਉਣ ਦਾ। ਇੱਥੇ ਅਸੀਂ ਇੱਕ ਪਾਸੇ ਤਾਂ ਗੱਲ ਕਰ ਰਹੇ ਹਾਂ ਜਨ ਅੰਦੋਲਨ ਹੈ, ਇੱਥੇ ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ। ਉੱਥੇ ਜਦ ਸਾਰੇ ਸਮੂਹਾਂ ਦੀ ਗੱਲ ਹੋ ਰਹੀ ਹੈ ਤੇ ਫਿਰ ਕਿਸੇ ਇੱਕ ਦੇ ਉੱਪਰ ਟਿੱਪਣੀ ਕਰਨਾ, ਕੱਲੇ ਕਾਮਰੇਡਾਂ ਨੂੰ ਮਾੜਾ ਕਹਿਣਾ, ਕੱਲੇ ਸਿੱਖਾਂ ਨੂੰ ਮਾੜਾ ਕਹਿਣਾ, ਕਿਸੇ ਦੇ ਬਾਰੇ 'ਚ ਵੀ ਕੁਝ ਕਹਿਣਾ, ਉਹ ਵੀ ਤਾਂ ਵਾਜਿਬ ਨਹੀਂ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹਨੂੰ ਆਏ ਤੁਸੀਂ ਵੀ ਗੱਲਾਂ ਤੇ ਇਹ ਨਹੀਂ ਵੀ ਸਭ ਬੈਠੇ ਆ ਤੇ ਉੱਤੇ ਮਿੱਟੀ ਹੋਈ ਪਾਤੀ, ਐ ਨਹੀਂ ਹੁੰਦਾ। ਵੀ ਜੇਕਰ ਤੁਸੀਂ ਵੀ ਉਸੇ ਦਿਸ਼ਾ ਦੇ ਵੱਲ ਵੱਧ ਰਹੇ ਹੋ, ਕਿਸਾਨ ਜਥੇਬੰਦੀਆਂ ਵੀ ਉਸੇ ਦਿਸ਼ਾ ਵੱਲ ਵੱਧ ਰਹੀਆਂ, ਏਜੰਡਾ ਸਭ ਦਾ ਇੱਕ ਆ, ਫਿਰ ਦੀਪ ਸਿੱਧੂ ਦੇ ਨਾਲ ਐਸੀ ਕੀ ਪ੍ਰੋਬਲਮ ਹੋਈ, ਐਸਾ ਕੀ ਕਾਰਨ ਬਣ ਗਿਆ, ਕਿਉਂ ਲੀਹ ਪਾੜ ਕੇ ਵੱਖਰਾ ਚੱਲਣਾ ਪੈ ਗਿਆ ਵੀ ਜਿਹਦੇ ਕਰਕੇ ਤੁਹਾਡੇ ਸਟੇਜ ਦੇ ਉੱਤੇ ਬੋਲਣ ਤੇ ਵੀ ਪਾਬੰਦੀ ਲੱਗ ਗਈ ਆ? ਇਹ ਗੱਲ ਪਰ ਜਦੋਂ ਮੈਂ ਕਹੀ ਉਹਨਾਂ ਦੇ ਦਿਲਾਂ ਤੇ ਸੱਟ ਵੱਜੀ। ਪਰ ਜਦੋਂ ਅਸੀਂ ਐਡੇ ਵੱਡੇ ਘੋਲਾਂ 'ਚ ਹੁੰਨੇ ਆ ਨਾ, ਇੱਥੇ ਤਾਂ ਸਾਨੂੰ ਟੀਮ ਵਰਕ ਦਿਖਾਉਣਾ ਪਊ। ਪਰ ਬਾਈ ਜੀ ਵਿੱਚ ਵਿਚਾਲੇ ਸਵਾਲ ਇਹ ਵੀ ਉੱਠੇ ਵੀ ਤੁਸੀਂ ਕਹਿਣ ਲੱਗ ਪਏ ਆ ਵੀ ਹੁਣ ਇੱਥੇ ਬਹਿਣ ਦਾ ਕੀ ਫਾਇਦਾ, ਹੁਣ ਚਾਲੇ ਪਾ ਦਿਓ, ਹੁਣ ਵਾਪਸ ਜਾਣਾ ਚਾਹੀਦਾ। ਮੈਨੂੰ ਇੱਕ ਵੀ ਸਟੇਟਮੈਂਟ ਇਹ ਦਿਖਾ ਦਿਓ ਜਿੱਥੇ ਮੈਂ ਕਿਹਾ ਇੱਥੇ ਬਹਿਣ ਦਾ ਕੀ ਫਾਇਦਾ, ਅਸੀਂ ਵਾਪਸ ਚੱਲਦੇ ਹਾਂ। ਚਲੋ ਤੁਹਾਨੂੰ ਕੋਈ ਕਹਿੰਦਾ ਵੀ ਭਾਈ ਤੁਸੀਂ RSS ਦੇ ਬੰਦੇ ਆ, ਹਾਂਜੀ, ਤੁਹਾਡੇ ਮਨ ਤੇ ਕਿੰਨੀ ਕੁ ਸੱਟ ਵੱਜਦੀ ਹੈ? ਅੱਜ 4 ਮਹੀਨੇ ਹੋ ਗਏ, ਇੱਕ ਵੀ ਸਟੇਟਮੈਂਟ ਕੱਢ ਦਿਓ ਜਿਹੜੀ ਦਿੱਲੀ ਦੇ ਹੱਕ 'ਚ ਜਾਂਦੀ ਹੋਵੇ, BJP ਦੇ ਹੱਕ 'ਚ ਜਾਂਦੀ ਹੋਵੇ ਜਾਂ RSS ਦੇ ਹੱਕ 'ਚ, ਇੱਕ ਵੀ ਸਟੇਟਮੈਂਟ। ਅਦਰਵਾਈਜ਼ ਬੰਦਾ ਫੜਿਆ ਜਾਂਦਾ ਹੁੰਦਾ ਭਾਈ। ਫੋਟੋ ਦੇ ਆਧਾਰ ਤੇ ਤੁਸੀਂ ਕਿਸੇ ਦੀ ਕਿਰਦਾਰਕੁਸ਼ੀ ਕਰ ਦੇਣੀ, ਫੋਟੋ ਦੇ ਆਧਾਰ ਤੇ ਜਾਂ ਬਿਨਾਂ ਕਿਸੇ ਗੱਲ ਦੇ ਆਧਾਰ ਤੇ ਤੁਸੀਂ ਕਿਸੇ ਤੇ ਟੈਗ ਲਾ ਦੇਣੇ, ਹਨਾ, ਉਹਨੂੰ ਉਹਦੇ ਤੇ ਠੱਪੇ ਲਾ ਦੇਣੇ, ਤੇ ਤੁਹਾਡੇ ਕੋਲੇ ਇੱਕ ਵੀ ਗੱਲ ਨਹੀਂ ਹੋਣੀ। ਜਿਹੜੇ ਸ਼ਰੇਆਮ ਉਹਨਾਂ ਦੇ ਹੱਕ 'ਚ ਭੁਗਤੇ ਆ, ਉਹਨਾਂ ਨੂੰ ਤੁਸੀਂ ਨੇਤਾ ਬਣਾਈ ਫਿਰਦੇ ਹੋ। ਅੱਜ ਤੱਕ ਦੀਪ ਸਿੱਧੂ ਨੇ ਨਾ ਤਾਂ ਇਹ ਗੱਲ ਕਦੇ ਕੀਤੀ ਆ ਵੀ ਕੋਈ ਅਹੁਦਾ ਇੰਜੋਏ ਕੀਤਾ, ਔਰ ਦੀਪ ਸਿੱਧੂ ਉਹ ਪਾਲਾ ਛੱਡ ਕੇ ਆ ਗਿਆ ਜਿੱਥੇ ਉਹਨੂੰ ਸਭ ਕੁਝ ਮਿਲ ਸਕਦਾ ਸੀ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਤੇ ਪ੍ਰੋਗਰਾਮ ਚੱਜ ਦਾ ਵਿਚਾਰ ਅਸੀਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਇਸ ਵਕਤ ਸਾਰੇ ਦਰਸ਼ਕ ਭਲੀ ਭਾਂਤ ਜਾਣੂ ਆ ਕਿ ਅਸੀਂ ਦਿੱਲੀ ਦੀ ਹੱਦ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪਿਛਲੇ ਕਈ ਹਫ਼ਤਿਆਂ ਤੋਂ ਪ੍ਰੋਗਰਾਮ ਅੱਗੇ ਤੋਂ ਅੱਗੇ ਵਧਾ ਰਹੇ ਹਾਂ, ਕਿਉਂਕਿ ਸਭ ਦਾ ਧਿਆਨ ਦੇਸ਼ ਦੁਨੀਆ ਦੇ ਵਿੱਚ ਜਿਹੜੇ ਲੋਕ ਵਸਦੇ ਆ, ਜਿਹੜੇ ਬੈਠੇ ਆ, ਉਹਨਾਂ ਦਾ ਕੇਂਦਰਤ ਆ ਕਿ ਖੇਤੀ ਕਾਨੂੰਨ ਵਾਪਸ ਹੁੰਦੇ ਆ ਜਾਂ ਫਿਰ ਨਹੀਂ। ਤੇ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਮੰਗ ਉੱਠ ਰਹੀ ਸੀ ਕਿ ਦੀਪ ਸਿੱਧੂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇ, ਕਿਉਂਕਿ ਦੀਪ ਸਿੱਧੂ ਉਹ ਮੁੰਡਾ, ਉਹ ਕਲਾਕਾਰ ਜਿਹਨੇ ਸ਼ੰਭੂ ਬੈਰੀਅਰ ਦੇ ਉੱਤੇ ਆਪਣਾ ਧਰਨਾ ਲਾਇਆ, ਮੋਰਚਾ ਲਾਇਆ, ਬਾਅਦ ਦੇ ਵਿੱਚ ਬਾਕੀਆਂ ਦੇ ਵਾਂਗ ਇੱਧਰ ਵੀ ਆਏ, ਪਰ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਉਹਨਾਂ ਸਾਰੀਆਂ ਗੱਲਾਂ ਦੇ ਮੁਤਲਕ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਹਰਮਨਥਨ ਜੀ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਬਹੁਤ ਤਰ੍ਹਾਂ ਦੇ ਸਵਾਲ ਇਸ ਵੇਲੇ ਮਨ ਦੇ ਵਿੱਚ ਨੇ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਨੂੰ ਸਿਰਫ ਦੀਪ ਸਿੱਧੂ ਹੋਰੀ ਦੇ ਸਕਦੇ ਨੇ। ਸੋ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਬਾਕੀ ਦੀ ਗੱਲਬਾਤ ਅੱਗੇ ਵਧਾਉਂਦੇ ਹਾਂ। ਬਾਈ ਜੀ, ਚੜ੍ਹਦੀ ਕਲਾ ਚੋਂ, ਜ਼ਿੰਦਾਬਾਦ ਹੋ, ਤੰਦਰੁਸਤ ਹੋ? ਹਾਂਜੀ, ਚੜ੍ਹਦੀ ਕਲਾ 'ਚ ਜੀ। ਸਤਿ ਸ਼੍ਰੀ ਅਕਾਲ। ਲਿੱਸੇ ਜੇ ਹੋਈ ਜਾਂਦੇ ਸੌਖਾ? ਨਹੀਂ ਜੀ, ਲਿੱਸੇ ਨਹੀਂ ਹੋ ਰਹੇ, ਸਟੈਮਿਨਾ ਵੱਧ ਰਿਹਾ ਦਿਨ ਬ ਦਿਨ। ਚਲੋ ਬਹੁਤ ਵਧੀਆ ਗੱਲ ਹੈ ਜੇਕਰ ਸਟੈਮਿਨਾ ਹੀ ਵੱਧ ਰਿਹਾ ਤਾਂ। ਦੂਜੀ ਗੱਲ ਬਾਈ ਜੀ ਇਹ ਆ ਕਿ ਤੁਸੀਂ ਲਗਾਤਾਰ ਇੱਥੇ ਬੈਠੇ ਹੋਏ ਹੋ, ਲਗਾਤਾਰ ਧਰਨੇ ਦੇ ਉੱਤੇ ਹੋ, ਤੁਸੀਂ ਸਿੰਘੂ ਬਾਰਡਰ ਦੇ ਵਿੱਚ ਡਟੇ ਹੋਏ ਹੋ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਤੁਹਾਡੇ ਮਨ ਦੇ ਉੱਤੇ ਕੀ ਪ੍ਰਭਾਵ ਹੈਗੇ ਆ? ਦੇਖੋ, ਮਨ ਦੇ ਉੱਤੇ ਪ੍ਰਭਾਵ ਆਏ ਆ ਵੀ ਇਹ ਜਿਹੜਾ ਸਫ਼ਰ ਆ ਨਾ, ਇਹ ਬੜਾ ਬਾਕਮਾਲ ਸਫ਼ਰ ਰਿਹਾ। ਬੜਾ ਕੁਝ ਸਿੱਖਿਆ, ਬੜੀਆਂ ਸਾਂਝਾਂ ਪਈਆਂ, ਤੇ ਉਹ ਸਾਂਝਾਂ ਨੇ ਜੋ ਕਹਿ ਲਓ ਵੀ ਗੂੜਤਾ ਹੁੰਦੀ ਹੈ ਰਿਸ਼ਤਿਆਂ ਦੀ, ਕਿਤੋਂ ਹੀ ਨਹੀਂ ਹੁੰਦੀ ਤੇ ਆਪੇ ਹੀ ਬਣ ਜਾਂਦੀ ਹੈ। ਇੰਨੇ ਗੂੜੇ ਰਿਸ਼ਤੇ ਬਣ ਜਾਂਦੇ ਆ, ਉਹੋ ਜਿਹੇ ਰਿਸ਼ਤੇ ਬਣੇ ਜੋ ਸਾਡੇ ਇੱਥੇ ਨੌਜਵਾਨ ਮੁੰਡੇ ਆਏ ਹੋਏ ਆ। ਜਿਵੇਂ ਹੁਣ ਉਹਨਾਂ ਨਾਲ ਉਹ ਪਰਿਵਾਰਕ ਇੱਕ ਰਿਸ਼ਤਾ ਬਣ ਗਿਆ ਤੇ ਦੁੱਖ ਸੁੱਖ 'ਚ ਆਏ ਹੋਣ ਲੱਗ ਗਿਆ। ਜਿਵੇਂ ਮੰਨ ਲਓ ਮੈਂ ਕਈ ਵਾਰੀ ਕਹਿ ਦਿੰਦਾ ਵੀ ਬੜੀਆਂ ਗੱਲਾਂ ਹੋ ਰਹੀਆਂ, ਬੜੇ ਤਰ੍ਹਾਂ ਦੀਆਂ ਤੌਹਮਤਾਂ ਲੱਗ ਰਹੀਆਂ, ਤੇ ਉਹ ਮੇਰਾ ਇੱਕ ਪਰਿਵਾਰ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ। ਫਿਰ ਜਿਹੜੇ ਕਹਿੰਦੇ ਨਹੀਂ ਯਾਰ ਅਸੀਂ ਹੈਗੇ ਆ ਨਾ ਬਾਈ, ਐਡੀ ਕਿਹੜੀ ਗੱਲ ਆ, ਸਾਨੂੰ ਪਤਾ ਵੀ ਤੂੰ ਹੈ ਕੀ, ਇਸੇ ਕਰਕੇ ਤੇਰੇ ਨਾਲ ਆ।
ਤੇ ਹੁਣ ਜਿੱਧਰ ਨੂੰ ਮਰਜ਼ੀ ਘੜੀਸ ਲਾ ਨਾਲ ਆ। ਪਰ ਜਦੋਂ ਤੋਮਤਾਂ ਲੱਗਦੀਆਂ ਹੋਣ ਹਾਂਜੀ। ਉਹ ਸਹੀ ਹੋਣ ਜਾਂ ਗਲਤ ਹੋਣ, ਮਨ ਦੇ ਉੱਤੇ ਸੱਟ ਤਾਂ ਮਾਰਦੀਆਂ, ਵਦਾਣੀ ਸੱਟ ਵੱਜਦੀ ਹੈ। ਹਾਂਜੀ ਬਿਲਕੁਲ ਮਾਰਦੀਆਂ। ਤੋਮਤਾਂ ਐ ਆ ਵੀ ਮੇਰੇ ਤੇ ਤਾਂ ਬੜੇ ਸਮੇਂ ਤੋਂ ਲੱਗ ਰਹੀਆਂ ਤੇ ਮੈਨੂੰ ਕਹਿ ਦਿੱਤਾ ਜਾਂਦਾ ਵਾਰ-ਵਾਰ, ਔਰ ਇਹਨੂੰ ਪ੍ਰੂਵ ਕਰਨਾ ਵੀ ਬਹੁਤ ਔਖਾ ਹੁੰਦਾ, ਇਹਨੂੰ ਸਮਾਂ ਹੀ ਦੱਸਦਾ ਹੁੰਦਾ ਵੀ RSS ਦਾ ਬੰਦਾ, BJP ਦਾ ਬੰਦਾ, ਹਨਾ। ਤੇ ਪਰ ਇੱਥੋਂ ਤਾਈਂ ਤਾਂ ਠੀਕ ਸੀ, ਪਰ ਜਦੋਂ ਪਰਿਵਾਰ ਤੇ ਗੱਲ ਜਾਂਦੀ ਹੈ ਨਾ, ਤੇ ਪਰਿਵਾਰ ਤੇ ਫਿਰ ਉਹਨਾਂ ਦੀ ਕਿਰਦਾਰਕੁਸ਼ੀ ਕਰਦੇ ਆ, ਤੇ ਇਹ ਬਹੁਤ ਗਲਤ ਗੱਲ ਆ। ਫਿਰ ਪਰ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ, ਹਰ ਕੋਈ ਤੁਹਾਨੂੰ ਟਾਰਗੇਟ ਕਿਉਂ ਕਰ ਰਿਹਾ, ਕਿਉਂ ਤੁਹਾਡੇ ਬਾਰੇ 'ਚ? ਕਿਉਂਕਿ ਤੁਸੀਂ ਤਾਂ ਸ਼ੁਰੂ ਤੋਂ ਨਾਲ ਤੁਰੇ ਸੀ ਨਾ, ਤੇ ਤੁਸੀਂ ਜੇ ਨਾਲ ਤੁਰੇ ਤਾਂ ਤੁਹਾਡੀ ਇੱਜ਼ਤ ਦੇ ਵਿੱਚ ਵਾਧਾ ਹੋਣਾ ਚਾਹੀਦਾ, ਘਟਾ ਨਹੀਂ ਹੋਣਾ ਚਾਹੀਦਾ। ਕੀ ਮੰਨਦੇ ਹੋ, ਕੀ ਕਾਰਨ ਹੈ ਕਿ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਵੇਲੇ? ਦੇਖੋ ਜੇ ਆਪਾਂ ਇਹਨੂੰ ਅਸਲ ਤੌਰ ਤੇ ਦੇਖੀਏ ਤਾਂ ਆਪਾਂ ਸ਼ੰਭੂ ਮੋਰਚਾ ਜਦੋਂ ਸ਼ੁਰੂ ਕੀਤਾ ਨਾ, ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ। ਉਸ ਟਾਈਮ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ, ਉਹ ਸਿਰਫ MSP ਦੀ ਗੱਲ ਕਰਦੇ ਸੀ, ਔਰ ਸ਼ੰਭੂ ਮੋਰਚੇ ਚੋਂ ਆਪਾਂ ਪਹਿਲੀ ਵਾਰੀ ਇਹ ਗੱਲ ਕਹੀ, ਇਹ ਗੱਲ ਕੱਲੀ MSP ਦੀ ਨਹੀਂ ਹੈ, ਇਹ ਬਹੁਤ ਵੱਡੀ ਗੱਲ ਆ ਸਾਡੀ। ਤਾਂ ਇਹ ਹੋਂਦ ਦਾ ਖਤਰਾ ਬਣ ਗਏ ਆ ਬਿੱਲ, ਤੇ ਅੱਜ ਦੇਖੋ ਤੁਸੀਂ ਇੱਥੇ ਵੀ ਹੋਂਦ ਦਾ ਖਤਰੇ ਵਾਲੀ ਉਸ ਨੈਰੇਟਿਵ ਨੂੰ, ਉਸ ਬਿਰਤਾਂਤ ਨੂੰ ਸਮਝ ਕੇ ਹੀ ਲੜਾਈ ਲੜੀ ਜਾ ਰਹੀ ਆ। ਉਦੋਂ ਇਹ ਕਿਹਾ ਜਾ ਰਿਹਾ ਸੀ ਵੀ ਸਿਰਫ ਸਾਨੂੰ MSP ਤੁਸੀਂ ਇਨਸ਼ੋਰ ਕਰ ਦਿਓ ਤੇ ਅਸੀਂ ਆਪਦੀ ਐਜੀਟੇਸ਼ਨ ਚੱਕ ਲਾਂਗੇ। ਪਰ ਇਹ ਗੱਲ ਪਹਿਲੀ ਵਾਰੀ ਮੈਂ ਕੀਤੀ ਸੀ ਵੀ ਇਹ ਆਰਥਿਕ ਗੱਲ ਨਹੀਂ ਆ, ਇਹ ਸਾਡੇ ਲਈ ਤਾਂ ਕਲਚਰਲ, ਸੱਭਿਆਚਾਰਕ ਗੱਲ ਵੀ ਆ, ਸਾਡੇ ਲਈ ਤਾਂ ਸਾਡੇ ਫਲਸਫੇ ਦੀ ਗੱਲ ਆ, ਸਾਡੇ ਲਈ ਸਾਡੀ ਪੰਜਾਬੀਅਤ ਦੀ ਗੱਲ ਆ। ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕੀਤੀ ਸੀ, ਉਦੋਂ ਵੀ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਵੀ ਮਸਲੇ ਬਹੁਤ ਸਾਰੇ ਆ, ਮਸਲੇ ਪੰਜਾਬੀ ਦੇ ਵੀ ਆ, ਮਸਲੇ ਇਸ ਵਕਤ ਸਾਡੀ ਆਰਥਿਕਤਾ ਦੇ ਵੀ ਆ, ਮਸਲੇ ਕਿਸਾਨੀ ਦੇ ਵੀ ਆ, ਮਸਲੇ ਜਵਾਨੀ ਦੇ ਵੀ ਆ। ਪਰ ਜਦੋਂ ਅਸੀਂ ਪਹਿਲ ਪਲੱਕੜੇ ਆਧਾਰ ਦੇ ਉੱਤੇ ਕੋਈ ਮਸਲਾ ਹੱਲ ਕਰਨਾ ਹੋਵੇ, ਉਦੋਂ ਡਾਕਟਰ ਵਾਲੀ ਗੱਲ ਹੁੰਦੀ ਆ। ਜੇ ਆਪਾਂ ਨੂੰ ਡਾਕਟਰ ਇਹ ਗੱਲ ਕਵੇ ਜੀ ਕਿ ਇੱਕ ਤਾਂ ਤੇਰਾ ਹਾਰਟ ਵੀ ਖਰਾਬ ਆ, ਇੱਕ ਤੇਰੀ ਲੱਤ ਵੀ ਖਰਾਬ ਆ, ਇੱਕ ਤੇਰੀ ਬਾਂਹ ਵੀ ਖਰਾਬ ਆ, ਆਪਾਂ ਕਹਾਂਗੇ ਬਾਕੀ ਸਾਰਾ ਕੁਝ ਵੱਢਿਆ ਜਾਵੇ, ਪਹਿਲਾਂ ਸਾਡਾ ਦਿਲ ਬਚਾ ਲਾ। ਸਰੀਰ ਚੱਲਦਾ ਤਾਂ ਰਵੇ ਨਾ, ਸਿਰ ਚੱਲਦਾ ਰਵੇ। ਹਾਂ, ਪਰ ਤੁਸੀਂ ਇਹ ਗੱਲ ਕਹਿੰਦੇ ਰਹੇ ਕਿ ਨਹੀਂ ਜੀ ਨਹੀਂ, ਆ MSP ਤੋਂ ਬਿਨਾਂ ਆਪਾਂ ਇਧਰਲੇ ਗੱਲਾਂ ਵੱਲ ਵੀ ਧਿਆਨ ਕੇਂਦਰਿਤ ਕਰੀਏ। ਮੇਰਾ ਖਿਆਲ ਆ ਵੀ ਉਹਦੇ ਕਰਕੇ ਵੀ ਇੱਕ ਵਿਰੋਧਤਾ ਪੈਦਾ ਹੋਈ। ਨਹੀਂ ਜੀ ਨਹੀਂ, ਇਹਨੂੰ ਸਮਝੀਏ ਆਪਾਂ ਪਹਿਲਾਂ। ਅੱਜ ਉੱਥੇ ਹੀ ਖੜੇ ਆ ਅਸੀਂ, MSP ਦੇ ਕੇ ਤਾਂ ਸਾਡੇ ਮਸਲੇ ਨਹੀਂ ਹੱਲ ਹੋਣੇ ਸੀ। ਅੱਜ ਉਹੀ ਤਾਂ ਆਪਾਂ ਕਰ ਰਹੇ ਹਾਂ। ਹੁਣ ਕੀ ਕਹਿ ਰਹੇ ਹਾਂ ਵੀ ਰੱਦ ਕਰੋ, ਇਹੀ ਗੱਲ ਆਪਾਂ ਉਦੋਂ ਹੀ ਕਹਿ ਰਹੇ ਸੀ। ਉਦੋਂ ਕੱਲਾ ਮੈਂ ਕਹਿ ਰਿਹਾ ਸੀ, ਅੱਜ ਸਾਰਾ ਪੰਜਾਬ ਇਸ ਗੱਲ ਤੇ ਆ ਗਿਆ। ਕਿਉਂਕਿ ਤੁਹਾਡਾ ਅਧਿਕਾਰ ਹੀ ਨਹੀਂ ਹੈ ਇਹ ਕਾਨੂੰਨ ਬਣਾਉਣ ਦਾ। ਬਿਲਕੁਲ ਸਹੀ। ਜਦੋਂ ਤੁਹਾਡਾ ਅਧਿਕਾਰ ਨਹੀਂ ਆ, ਅਧਿਕਾਰ ਹੀ ਪੰਜਾਬ ਦਾ, ਤੇ ਪੰਜਾਬ ਦਾ ਅਧਿਕਾਰ ਤੁਸੀਂ ਪਹਿਲਾਂ ਆਪਦੇ ਹੱਥਾਂ 'ਚ ਕਿਵੇਂ ਲੈ ਜਾਓਗੇ? ਠੀਕ ਹੈ, ਇਹੀ ਤਾਂ ਗੱਲ ਆਪਾਂ ਕਰ ਰਹੇ ਹਾਂ। ਸੋ ਉਦੋਂ ਆਪਾਂ ਗੱਲ ਕੀ ਕਰ ਰਹੇ ਸੀ, ਸਿਸਟਮ ਦੀ ਗੱਲ ਕੀਤੀ ਸੀ ਵੀ ਸਿਸਟਮ ਨੂੰ ਬਦਲਣਾ ਪੈਣਾ। ਔਰ ਸਿਸਟਮ ਕੀ ਆ, ਜਿੱਥੇ ਬਿਮਾਰੀ ਦੀ ਜੜ ਪਈ ਆ ਉਹਨੂੰ ਪੱਟਣਾ ਪੈਣਾ। ਜੜ ਕਿੱਥੇ ਪਈ ਆ? ਜਿਹੜਾ ਸਾਡਾ ਅਧਿਕਾਰ ਸੀ ਸੰਵਿਧਾਨ 'ਚ, ਐਗਰੀਕਲਚਰ ਸਟੇਟ ਸਬਜੈਕਟ ਸੀ, ਉਹ ਚੱਕ ਕੇ ਤੁਸੀਂ ਆਪਦੇ ਕੋਲੇ ਲੈ ਗਏ। ਫਿਰ ਉਹ ਕਹਿੰਦੇ ਆ ਟ੍ਰੇਡ ਐਂਡ ਕਾਮਰਸ 'ਚੋਂ ਬਣਾਏ ਆ। ਟ੍ਰੇਡ ਐਂਡ ਕਾਮਰਸ ਵੀ ਤਾਂ ਸਟੇਟ ਕੋਲੇ ਸੀ, ਇਹ ਤਾਂ ਆਪਦੇ ਕੋਲੇ ਲੈ ਗਏ ਬਾਅਦ 'ਚ, ਤੇ ਉਹਨੂੰ ਬਾਰ-ਬਾਰ 5-5 ਸਾਲ ਉਹਦੀ ਮਿਆਦ ਵਧਾਉਂਦੇ ਰਹਿੰਦੇ ਆ। ਅਗਲੀ ਗੱਲ ਇਹ ਕਹਿੰਦੇ ਆ ਵੀ ਤੁਸੀਂ ਐਂ ਕਰੋ, ਹੁਣ ਜਿਹੜੇ ਅਸੀਂ ਕਾਨੂੰਨ ਬਣਾਤੇ ਉਹ ਤਾਂ ਬਣਾਤੇ, ਕਮੇਟੀ ਬਣਾ ਲੈਂਦੇ ਆ, ਕਮੇਟੀ ਰਿਕਮੈਂਡੇਸ਼ਨ ਦੇ ਦੂਗੀ ਤੇ ਉਸ ਹਿਸਾਬ ਨਾਲ ਆਪਾਂ ਨਜਿੱਠ ਲਾਂਗੇ। ਪਰ ਕਮੇਟੀ ਤਾਂ ਅਸੀਂ ਤਾਂ ਬਣਾਈਏ ਜਾਂ ਉਹ ਰਿਕਮੈਂਡੇਸ਼ਨਸ ਤੇ ਤਾਂ ਆਈਏ ਜੇ ਪਹਿਲਾਂ ਤੁਹਾਡਾ ਕੋਈ ਅਧਿਕਾਰ ਹੋਵੇ। ਤੁਸੀਂ ਸਾਡੇ ਮਸਲੇ ਤੇ, ਜਿਹੜਾ ਸਾਡਾ ਆਪਦਾ ਸਟੇਟ ਦਾ, ਸੂਬੇ ਦਾ ਮਸਲਾ, ਉਹਦੇ ਤੇ ਤੁਸੀਂ ਜਿਹੜਾ ਤੁਹਾਡਾ ਪੋਲੀਟੀਕਲ ਸਟਰਕਚਰ ਬਣਾਇਆ ਹੋਇਆ, ਸੰਵਿਧਾਨ ਬਣਾਇਆ ਹੋਇਆ ਸੈਂਟਰ ਗਵਰਨਮੈਂਟ ਦਾ, ਉਹਦੇ ਵਿੱਚ ਆਪ ਲਿਖਿਆ ਵੀ ਤੁਹਾਡਾ ਕੋਈ ਅਧਿਕਾਰ ਨਹੀਂ ਹੈ। ਜੇ ਤੁਹਾਡਾ ਕੋਈ ਅਧਿਕਾਰ ਹੀ ਨਹੀਂ ਆ, ਫਿਰ ਨਾ ਛੇੜੋ ਇਹਨੂੰ। ਇਹੀ ਗੱਲ ਆਪਾਂ ਉਹਦੇ ਕਰਦੇ ਸੀ, ਉੱਥੇ ਆ ਗਏ ਆ। ਉੱਥੇ ਜੇ ਕੱਲੀ ਉਹਦੇ MSP ਦੀ ਗੱਲ ਹੁੰਦੀ, ਫਿਰ ਅਸੀਂ ਮੰਨ ਲੈਂਦੇ ਨਾ ਵੀ ਅਧਿਕਾਰ ਉਹਨਾਂ ਦਾ। ਤੇ ਅੱਜ ਆਪਾਂ ਖੜੇ ਕਿੱਥੇ ਆ? ਅੱਜ ਇਹੀ ਤਾਂ ਆਪਾਂ ਕਹਿ ਰਹੇ ਹਾਂ, ਤੁਹਾਡਾ ਅਧਿਕਾਰ ਹੀ ਨਹੀਂ ਆ। ਪਰ ਬਾਈ ਜੀ ਗੱਲ ਇਹ ਆ ਕਿ ਬੈਰੀਕੇਡ ਤੋੜੇ ਇੱਥੋਂ ਤੱਕ ਪਹੁੰਚ ਗਏ, ਦਿੱਲੀ ਦੀ ਹੱਦ ਤੱਕ ਪਹੁੰਚ ਗਏ। ਕੋਈ ਕੁੰਡਲੀ ਦੇ ਵਿੱਚ ਖੜ ਗਿਆ, ਕੋਈ ਸਿੰਘੂ ਦੇ ਵੱਲ ਚਲਾ ਗਿਆ, ਕੋਈ ਆਪਾਂ ਜਾਣਦੇ ਕਿ ਟਿਕਰੀ ਦੇ ਵੱਲ ਚਲਾ ਗਿਆ। ਇੱਕਦਮ ਤੁਸੀਂ ਬਹੁਤ ਜੋਸ਼ ਦੇ ਨਾਲ ਸਭ ਕੁਝ ਕੀਤਾ। ਸਾਰੇ ਮੀਡੀਆ ਦਾ ਧਿਆਨ ਤੁਹਾਡੇ ਵੱਲ ਕੇਂਦਰਤਾ। ਦੀਪ ਸਿੱਧੂ ਹੋ ਰਹੀ ਆ। ਉਹ ਕਿਹੜੇ ਕਾਰਨ ਬਣ ਗਏ ਇੱਕਦਮ ਹੀ, ਜਿਹੜਾ ਉਹ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਿਵਾਦਾਂ ਦੇ ਵਿੱਚ ਆ ਗਏ? ਕਈ ਵਾਰ ਤੁਹਾਨੂੰ ਸਫਾਈਆਂ ਦੇਣੀਆਂ ਪਈਆਂ। ਉਹ ਕੀ ਕਾਰਨ ਹੋਇਆ? ਤੁਹਾਡੇ ਪਿੱਛੇ ਨਹਾ ਧੋ ਕੇ ਕੌਣ ਪੈ ਗਿਆ ਫਿਰ? ਇਹ ਦੇਖੋ, ਇਹ ਵੀ ਗੱਲ ਜਿਹੜੀ ਹੁੰਦੀ ਆ ਨਾ, ਇਹ ਸਾਨੂੰ ਸਮਝਣੀ ਪਊਗੀ। ਜਦੋਂ ਤੋਂ ਮੈਂ ਸ਼ੰਭੂ ਮੋਰਚੇ 'ਚ ਬੈਠਾ, ਮੈਂ ਉਸ ਟਾਈਮ ਇਸ ਕਿਸਾਨੀ ਸੰਘਰਸ਼ 'ਚ ਇੱਕ ਆਪੋਜੀਸ਼ਨ ਦਾ ਰੋਲ ਨਿਭਾਇਆ। ਜਿਵੇਂ ਇੱਕ
ਆਪੋਜੀਸ਼ਨ ਐਕਟ ਕਰਦੀ ਆ, ਕਿਉਂਕਿ ਕਿਸਾਨ ਜਥੇਬੰਦੀਆਂ ਕੋਲੇ ਕਾਡਰ ਆ, ਕਿਸਾਨ ਜਥੇਬੰਦੀਆਂ ਕੋਲੇ ਆਪਦੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇੱਕ ਲਾਮਬੰਦੀ ਕੀਤੀ। ਉਦੋਂ ਵੀ ਆਪਾਂ ਇਹ ਗੱਲ ਕਹੀ ਸੀ, ਉਹਨਾਂ ਨੂੰ ਦੀ ਸਰਾਹਨਾ ਕਰਨੀ ਬਣਦੀ ਆ, ਉਹਨਾਂ ਨੂੰ ਆਪਾਂ ਬਿਲਕੁਲ ਸ਼ਲਾਘਾ ਇਸ ਗੱਲ ਦੀ ਕਰਾਂਗੇ ਵੀ ਉਹ ਲਾਮਬੰਦੀ ਬਹੁਤ ਵੱਡੀ ਕੀਤੀ। ਜਿੱਥੇ ਜਿੱਥੇ ਉਹ ਸਟੈਪ ਉਹ ਲੈਂਦੇ ਰਹੇ, ਜੋ ਸਟੈਪ ਸਾਡੇ ਸੰਘਰਸ਼ ਲਈ ਤੇ ਹਜੇ ਸਾਡੇ ਆਪਦੇ ਹੱਕਾਂ ਨੂੰ ਦੇਖਦੇ ਹੋਏ ਵੀ ਉਹ ਸਾਡੇ ਲਈ ਚੰਗੇ ਸਟੈਪ ਨਹੀਂ ਆ, ਜਾਂ ਉਹਨਾਂ ਨੇ ਜਿਹੜੀਆਂ ਰਣਨੀਤੀ ਵਿਉਂਤੀ ਉਹ ਨਹੀਂ ਚੰਗੀ ਆ, ਉਹਦੀ ਮੈਂ ਹਮੇਸ਼ਾ ਆਲੋਚਨਾ ਕਰਦਾ ਰਿਹਾ, ਹੁਣ ਵੀ ਕਰਦਾ ਰਹੂੰਗਾ। ਇੱਕ ਆਪੋਜੀਸ਼ਨ ਦਾ ਰੋਲ ਦੇਖੋ, ਜਦੋਂ ਅੱਜ ਸਾਨੂੰ ਪਤਾ ਸਾਡੀ ਅਗਵਾਈ ਕਿਸਾਨ ਜਥੇਬੰਦੀਆਂ ਦੇ ਆਗੂ ਕਰ ਰਹੇ ਆ, ਅਗਵਾਈ ਉਹ ਕਰ ਰਹੇ ਆ, ਉਹ ਜਿਵੇਂ ਮੈਨੂੰ ਵੀ ਹੁਕਮ ਲਾਉਂਦੇ ਆ, ਮੈਂ ਕਹਿ ਦਿੰਦਾ ਸਿਰ ਮੱਥੇ, ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ ਸਟੇਜ ਤੋਂ ਨਹੀਂ ਬੋਲਣ ਦੇਣਾ, ਮੈਂ ਕਹਿੰਦਾ ਕੋਈ ਨਹੀਂ, ਸਿਰ ਮੱਥੇ। ਇਸੇ ਗੱਲ ਦੇ ਉੱਤੇ ਆਉਣ ਲੱਗਾ ਸੀਗਾ ਵੀ ਜੇਕਰ ਤੁਸੀਂ ਵੀ ਉਸੇ ਦਿਸ਼ਾ ਦੇ ਵੱਲ ਵਧ ਰਹੇ ਹੋ, ਕਿਸਾਨ ਜਥੇਬੰਦੀਆਂ ਵੀ ਉਸੇ ਦਿਸ਼ਾ ਵੱਲ ਵਧ ਰਹੀਆਂ, ਏਜੰਡਾ ਸਭ ਦਾ ਇੱਕ ਆ, ਫਿਰ ਦੀਪ ਸਿੱਧੂ ਦੇ ਨਾਲ ਐਸੀ ਕੀ ਪ੍ਰੋਬਲਮ ਹੋਈ, ਐਸਾ ਕੀ ਕਾਰਨ ਬਣ ਗਿਆ, ਕਿਉਂ ਲੀਹ ਪਾੜ ਕੇ ਵੱਖਰਾ ਚੱਲਣਾ ਪੈ ਗਿਆ ਵੀ ਜਿਹਦੇ ਕਰਕੇ ਤੁਹਾਡੇ ਸਟੇਜ ਦੇ ਉੱਤੇ ਬੋਲਣ ਤੇ ਵੀ ਪਾਬੰਦੀ ਲੱਗ ਗਈ ਆ? ਹਾਂਜੀ, ਦੇਖੋ ਇਹਦੀ ਗੱਲ ਪਹਿਲਾਂ ਇਹ ਪਾਬੰਦੀ ਕਿਸ ਗੱਲ ਚੋਂ ਨਿਕਲੀ ਇਹ ਦੇਖਦੇ ਹਾਂ। ਮੈਂ ਜਿਹੜੀ ਗੱਲ ਪਹਿਲਾਂ ਕੀਤੀ ਵੀ ਤੁਸੀਂ ਪ੍ਰੀਤੀ ਭੋਜ ਨਾ ਕਰੋ ਉੱਥੇ ਜਾ ਕੇ, ਕਿਉਂਕਿ ਮੂੰਹ ਦਾ ਖਾਦਾ ਅੱਖਾਂ ਸ਼ਰਮਾਉਂਦੀਆਂ ਹੁੰਦੀਆਂ, ਉਦੋਂ ਬਾਅਦ ਤੁਹਾਡੇ ਤੋਂ ਉਹ ਗੱਲ ਹੀ ਨਹੀਂ ਹੁੰਦੀ, ਤੇ ਉਹ ਗੱਲ ਮੰਨੀ ਵੀ ਗਈ। ਬਿਲਕੁਲ ਸਹੀ, ਤੇ ਉਹ ਹਾਂ ਬਹੁਤ ਚੰਗੀ ਗੱਲ ਆ। ਦੇਖੋ ਕਿੰਨੀ ਉਹਦੇ 'ਚ ਫਿਰ ਸਾਰਿਆਂ ਨੇ ਸ਼ਲਾਹਿਆ ਇਸ ਗੱਲ ਨੂੰ ਵੀ ਬਹੁਤ ਵਧੀਆ ਗੱਲ ਆ, ਸਾਡੇ ਕਿਸਾਨ ਤਾਂ ਆਪਦੀਆਂ ਰੋਟੀਆਂ ਲੈ ਕੇ ਗਏ ਤੇ ਥੱਪੁੰਜੇ ਬਹਿ ਕੇ ਖਾਧੀਆਂ, ਕਿਉਂਕਿ ਸਾਡਾ ਹਾਂਜੀ ਗੈਰਤ ਆ। ਔਰ ਇਹ ਗੱਲ ਪਰ ਜਦੋਂ ਮੈਂ ਕਹੀ, ਉਹਨਾਂ ਦੇ ਦਿਲਾਂ ਤੇ ਸੱਟ ਵੱਜੀ। ਪਰ ਜਦੋਂ ਅਸੀਂ ਐਡੇ ਵੱਡੇ ਘੋਲਾਂ 'ਚ ਹੁੰਨੇ ਆ ਨਾ, ਇੱਥੇ ਤਾਂ ਸਾਨੂੰ ਟੀਮ ਵਰਕ ਦਿਖਾਉਣਾ ਪਊ। ਦਿਲਾਂ 'ਚ ਸੱਟਾਂ ਜਿਹੜੀਆਂ ਵੱਜੀਆਂ, ਮੇਰੇ ਵੀ ਵੱਜੀਆਂ ਹੋਣਗੀਆਂ, ਬਹੁਤ ਗੱਲਾਂ ਕਹੀਆਂ ਗਈਆਂ, ਉਹਨਾਂ ਦੇ ਵੀ ਵੱਜੀਆਂ, ਇਹ ਤਾਂ ਅਸੀਂ ਆਪਸ 'ਚ ਬੈਠ ਕੇ ਨਜਿੱਠ ਲਾਂਗੇ, ਇਹ ਤਾਂ ਪਰਸਨਲ ਗੱਲਾਂ ਹੋ ਗਈਆਂ ਨਾ। ਪਰ ਜੋ ਅਸੀਂ ਕਰੀ ਜਾਂਦੇ ਆ ਤਾਂ ਪਰਸਨਲ ਗੱਲਾਂ ਤਾਂ ਬਹੁਤ ਉੱਤੇ ਆ। ਇੱਥੇ ਤਾਂ ਸਾਨੂੰ ਟੀਮ ਵਰਕ ਕਰਨਾ ਚਾਹੀਦਾ, ਇੱਥੇ ਤਾਂ ਸਾਨੂੰ ਆਪਸ 'ਚ ਰਲ ਮਿਲ ਕੇ ਬੈਠ ਕੇ ਵਿਉਂਤਬੰਦੀ ਤੇ ਗਾਂ ਰਣਨੀਤੀ ਕੀ ਹੋ, ਤੁਹਾਡੇ ਖਿਆਲ ਦੇ ਵਿੱਚ ਕੀ ਕਰੀ ਜਾਂਦੇ ਆ ਤੇ ਕੀ ਕਰਨਾ ਚਾਹੀਦਾ? ਨਹੀਂ ਕਰੀ ਇਹ ਜਾਂਦੇ ਆ ਵੀ ਜੇ ਮੈਂ ਸਿਰਫ ਮੇਰੀ ਗੱਲ ਕਰਾਂ ਜੀ, ਤਾਂ ਮੈਨੂੰ ਤਾਂ ਆਈਸੋਲੇਸ਼ਨ 'ਚ ਧੱਕਤਾ। ਉਹਦੇ ਵੱਖਰੇ ਵੱਖਰੇ ਕਾਰਨ ਦਿੱਤੇ ਗਏ। ਕੋਈ ਦੱਸੋਗੇ ਕਾਰਨ? ਨਹੀਂ, ਕਾਰਨ ਇਹ ਦਿੱਤੇ ਗਏ ਵੀ ਮੈਂ ਜੇ ਇਹ ਸਟੇਜ ਤੋਂ ਕਿਹਾ ਜਾਂਦਾ ਵੀ ਤੁਸੀਂ ਇੱਥੇ ਧਾਰਮਿਕ ਰੰਗਤ ਨਾ ਦਿਓ ਇਸ ਐਜੀਟੇਸ਼ਨ ਨੂੰ, ਤੇ ਮੈਂ ਇਹ ਗੱਲ ਬੜੀ ਨਿਮਰਤਾ ਸਹਿਤ ਕਹੀ ਵੀ ਧਾਰਮਿਕ ਰੰਗਤ ਦੇਣ ਦੀ ਜ਼ਰੂਰਤ ਹੀ ਨਹੀਂ ਆ। ਇਹ ਸਾਰਾ ਕਰਾਊਡ ਆ ਜਿਹੜਾ ਸਾਡਾ, ਸਾਰੀ ਸੰਗਤ ਆ, ਇਹ ਹੈ ਹੀ ਧਾਰਮਿਕ। ਧਰਮ ਇੱਕ ਵੇ ਆਫ ਲਾਈਫ ਆ ਇਹਨਾਂ ਦੀ ਜ਼ਿੰਦਗੀ 'ਚ। ਦੇਖੋ ਤੁਸੀਂ ਧਰਮ ਮਨਫੀ ਕਿਵੇਂ ਕੀਤਾ ਜਾ ਸਕਦਾ, ਮੈਂ ਆਪ ਵੀਡੀਓ ਰਿਕਾਰਡ ਕੀਤੇ ਆ। ਇੱਕ ਪਾਸੇ ਨਮਾਜ਼ ਪੜ੍ਹੀ ਜਾਂਦੀ ਆ, ਇੱਕ ਪਾਸੇ ਬਜਰੰਗ ਬਲੀ ਦਾ ਪਾਠ ਹੋ ਰਿਹਾ, ਹਨੂੰਮਾਨ ਚਾਲੀਸਾ ਦਾ, ਇੱਕ ਪਾਸੇ ਅਰਦਾਸ ਹੋ ਰਹੀ ਆ। ਇਦੋਂ ਸੋਹਣੀ ਜੇ ਅਸੀਂ ਕਹੀਏ ਵੀ ਸਾਨੂੰ ਉਦਾਹਰਨ ਜਾਂ ਇੱਕ ਐਗਜ਼ਾਮਪਲ ਆਪਸੀ ਪਿਆਰ ਭਾਈਚਾਰਕ ਸਾਂਝ ਦੀ ਕਿੱਥੋਂ ਮਿਲੂਗੀ? ਮਿਲ ਹੀ ਨਹੀਂ ਸਕਦੀ। ਫਿਰ ਹਾਂਜੀ, ਗੱਲ ਇਹ ਵੀ ਹੈ ਨਾ ਕਿ ਤੁਸੀਂ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਕਿਹਾ ਵੀ ਰੋਟੀ ਨਾ ਜਾ ਕੇ ਖਾਓ, ਉਹਨਾਂ ਨੇ ਨਹੀਂ ਖਾਧੀ, ਠੀਕ ਹੈ, ਉਹ ਗੱਲ ਮੰਨੀ ਗਈ। ਉਸ ਬਾਅਦ ਤੁਸੀਂ ਕਿਹਾ ਧਾਰਮਿਕ ਰੰਗਤ ਨਾ ਦਿਓ, ਇਹ ਗੱਲਾਂ ਵਾਰ-ਵਾਰ ਉੱਥੋਂ ਹੋਰ ਵੀ ਆਗੂ ਕਹਿੰਦੇ ਨੇ, ਉਹ ਗੱਲ ਵੀ ਮੰਨ ਲਈ। ਜਦ ਗੱਲਾਂ ਮੰਨੀਆਂ ਜਾ ਰਹੀਆਂ ਨੇ, ਉਹ ਮੰਨੀ ਨਹੀਂ, ਉਹਨਾਂ ਨੇ ਕਹੀ ਜੀ ਇਹ ਗੱਲ ਵੀ ਧਾਰਮਿਕ ਰੰਗਤ ਨਾ ਦਿੱਤੀ ਜਾਵੇ। ਸੋ ਮੈਂ ਉੱਠ ਕੇ ਇਹ ਗੱਲ ਕਹੀ ਵੀ ਜੀ ਧਾਰਮਿਕ ਰੰਗਤ ਦੇਣ ਦੀ ਜ਼ਰੂਰਤ ਨਹੀਂ ਆ। ਤੁਸੀਂ ਦੁਨੀਆ ਦਾ ਜਿਹੜਾ ਮਰਜ਼ੀ ਕੋਈ ਵਿਦਵਾਨ ਬੁਲਾ ਲਓ ਤੇ ਇਸ ਕਰਾਊਡ ਦਾ ਉਹ ਆ ਕੇ ਇੱਕ ਐਨਾਲਾਈਜ਼ ਕਰੇ ਇਸ ਐਜੀਟੇਸ਼ਨ ਨੂੰ ਤੇ ਇੱਥੋਂ ਪੂਰੀ ਸੰਗਤ ਨੂੰ। ਐਨਾਲਾਈਜ਼ੇਸ਼ਨ ਜਦੋਂ ਤੁਸੀਂ ਕਰੋਗੇ ਤੁਹਾਨੂੰ ਸਮਝ ਆ ਜੂ ਵੀ ਧਾਰਮਿਕ ਰੰਗਤ ਦੇਣ ਦੀ ਜ਼ਰੂਰਤ ਨਹੀਂ। ਪਰ ਬਾਈ ਜੀ ਵਿੱਚ ਵਿਚਾਲੇ ਸਵਾਲ ਇਹ ਵੀ ਉੱਠੇ ਵੀ ਤੁਸੀਂ ਕਹਿਣ ਲੱਗ ਪਏ ਆ ਵੀ ਹੁਣ ਇੱਥੇ ਬਹਿਣ ਦਾ ਕੀ ਫਾਇਦਾ, ਹੁਣ ਚਾਲੇ ਪਾ ਦਿਓ, ਹੁਣ ਵਾਪਸ ਜਾਣਾ ਚਾਹੀਦਾ, ਕਾਮਰੇਡ ਆ ਜਿਹੜੇ ਉਹ ਐ ਤੁਰੇ ਫਿਰਦੇ ਆ। ਤੁਸੀਂ ਕਈ ਲੋਕਾਂ ਨੂੰ ਆਪਣੇ ਨਾਲੋਂ ਤੋੜ ਲਿਆ ਗੱਲਾਂ ਕਰਕੇ ਵੀ ਮੰਨਦੇ ਹੋ। ਇੱਕ ਮੇਰੀ ਗੱਲ, ਮੈਨੂੰ ਇੱਕ ਵੀ ਸਟੇਟਮੈਂਟ ਇਹ ਦਿਖਾ ਦਿਓ ਜਿੱਥੇ ਮੈਂ ਕਿਹਾ ਇੱਥੇ ਬਹਿਣ ਦਾ ਕੀ ਫਾਇਦਾ, ਅਸੀਂ ਵਾਪਸ ਚੱਲਦੇ ਹਾਂ। ਇੱਕ ਵੀ ਸਟੇਟਮੈਂਟ ਦਿਖਾ ਦਿਓ। ਜੇ ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ ਤਾਂ ਇਹ ਕਿਤੋਂ ਵੀ ਕੱਢ ਕੇ ਮੈਂ ਕਿਸੇ ਨੂੰ ਵੀ ਚੈਲੰਜ ਕਰਦਾ ਵੀ ਇਹ ਦਿਖਾ ਦਿਓ। ਪਰ ਉਹ ਬਣਾਈ ਜਾਂ ਦਿਖਾਈ ਜਾਂ ਸੁਣਾਈ ਇਸ ਢੰਗ ਨਾਲ ਗਈ ਗੱਲ। ਹੁਣ ਕਾਮਰੇਡਾਂ ਦੇ ਉੱਤੇ ਸ਼ਬਦ ਕਵਾਰ ਆ, ਇਹ ਕੀਤੇ ਸੀ ਕਿ ਬਿਲਕੁਲ ਕੀਤੇ ਜੀ। ਕਾਮਰੇਡਾਂ ਦੇ ਜਿਹੜੇ ਸ਼ਬਦ ਆ ਉਹ ਬਿਲਕੁਲ ਮੈਂ ਕਹੇ ਆ, ਕਿਉਂਕਿ ਜਦੋਂ ਕਈ ਵਾਰੀ ਮੇਰੇ ਤੱਕ ਜੋ ਗੱਲਾਂ ਪਹੁੰਚੀਆਂ, ਜਿਸ ਤਰ੍ਹਾਂ ਦਾ ਇੱਕ ਪੋਲੀਟੀਕਲ ਡਿਜ਼ਾਈਨ ਉਹ ਬੁਣ ਰਹੇ ਸੀ, ਉਹ ਬਹੁਤ ਸਾਰਥਕ ਨਹੀਂ ਸੀ। ਤੇ ਉਹ ਪੋਲੀਟੀਕਲ ਡਿਜ਼ਾਈਨ ਇਸ ਕਰਕੇ ਬੁਣਿਆ ਜਾ ਰਿਹਾ ਸੀ ਕਿਉਂਕਿ ਕਿਸੇ ਦੀ ਇਹਦੇ ਚੋਂ ਸਿਆਸਤ ਕਾਇਮ ਹੋ ਜੇ। ਤੇ ਮੈਂ ਉਹ ਬੰਦਿਆਂ ਨੂੰ ਇਸ ਐਜੀਟੇਸ਼ਨ ਤੋਂ ਬਾਅਦ ਤੁਹਾਨੂੰ ਬਾਅਦ ਚ ਚੋਣਾਂ ਲੜਦੇ ਦਿਖਾਊਂਗਾ। ਇਹ ਤੁਹਾਡੇ ਸਾਹਮਣੇ ਆ। ਕੋਈ ਨਹੀਂ, ਤੁਸੀਂ ਜੰਮ ਲੜੋ, ਸਾਨੂੰ ਕੋਈ ਪ੍ਰੋਬਲਮ ਨਹੀਂ।
ਚੋਣਾਂ ਵੀ ਲੜੋ, ਸਭ ਕੁਝ ਕਰੋ, ਪਰ ਕਿਸੇ ਦਾ ਨੁਕਸਾਨ ਕਰਾ ਕੇ, ਇੱਥੋਂ ਹੁਣ ਸੰਗਤ ਦਾ ਨੁਕਸਾਨ ਕਰਾ ਕੇ ਜਾਂ ਇਹਨਾਂ ਸਾਰੇ ਲੋਕਾਂ ਦਾ ਨੁਕਸਾਨ ਕਰਾ ਕੇ ਅਸੀਂ ਇਹ ਗੱਲਾਂ ਨਹੀਂ ਸੋਚ ਸਕਦੇ। ਸੋ ਪੋਲੀਟੀਕਲ ਡਿਜ਼ਾਈਨ ਬਾਅਦ ਚ ਸੋਚ ਲਓ। ਭਾਈ ਜੀ ਸਵਾਲ ਤਾਂ ਇਹ ਵੀ ਹੈ ਕਿ ਨੁਕਸਾਨ ਤਾਂ ਉਦੋਂ ਵੀ ਹੋ ਸਕਦਾ ਸੀ ਜਦੋਂ ਆਪਾਂ ਸ਼ੰਭੂ ਵਾਲਾ ਬੈਰੀਅਰ ਤੋੜਿਆ, ਜਦੋਂ ਆਪਾਂ ਬੈਰੀਕੇਡ ਚਲਾ ਕੇ ਮਾਰੇ ਆ। ਨੁਕਸਾਨ ਤਾਂ ਅੱਜ ਵੀ ਹੋ ਸਕਦਾ, ਨੁਕਸਾਨ ਤੋਂ ਨਹੀਂ ਅਸੀਂ ਭੱਜ ਰਹੇ, ਪਰ ਨੁਕਸਾਨ ਕਿਸੇ ਦੇ ਪੋਲੀਟੀਕਲ ਮਾਈਂਡ ਦਾ ਡਿਜ਼ਾਈਨ ਚੋਂ ਨਾ ਨਿਕਲੇ। ਉਹ ਪ੍ਰਮਾਤਮਾ ਤੇ ਛੱਡੋ ਨਾ, ਪ੍ਰਮਾਤਮਾ ਨੂੰ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਮਨਜ਼ੂਰ ਆ ਉਹਦੇ ਭਾਣੇ 'ਚ ਮਨਜ਼ੂਰ ਆ, ਉਹ ਸਾਰਿਆਂ ਨੂੰ ਮਨਜ਼ੂਰ ਆ। ਪਰ ਜੇ ਕੋਈ ਪੋਲੀਟੀਕਲ ਡਿਜ਼ਾਈਨ ਚੋਂ ਨੁਕਸਾਨ ਸਿਰਜ ਰਿਹਾ, ਉਹ ਮਨਜ਼ੂਰ ਨਹੀਂ ਆ। ਵੀਰ ਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿੱਥੇ ਅਸੀਂ ਇੱਕ ਪਾਸੇ ਤਾਂ ਗੱਲ ਕਰ ਰਹੇ ਹਾਂ ਜਨ ਅੰਦੋਲਨ ਹੈ, ਇੱਥੇ ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ, ਉੱਥੇ ਜਦ ਸਾਰੇ ਸਮੂਹਾਂ ਦੀ ਗੱਲ ਹੋ ਰਹੀ ਹੈ ਤੇ ਫਿਰ ਕਿਸੇ ਇੱਕ ਦੇ ਉੱਪਰ ਟਿੱਪਣੀ ਕਰਨਾ, ਕੱਲੇ ਕਾਮਰੇਡਾਂ ਨੂੰ ਮਾੜਾ ਕਹਿਣਾ, ਕੱਲੇ ਸਿੱਖਾਂ ਨੂੰ ਮਾੜਾ ਕਹਿਣਾ, ਕਿਸੇ ਦੇ ਬਾਰੇ 'ਚ ਵੀ ਕੁਝ ਕਹਿਣਾ, ਉਹ ਵੀ ਤਾਂ ਵਾਜਿਬ ਨਹੀਂ। ਜਦ ਜਨ ਨੂੰ ਲੈ ਕੇ ਨਾਲ ਚੱਲ ਰਹੇ ਹਾਂ, ਦੈਟ ਮੀਨਸ ਕਿ ਇਹ ਜਨ ਅੰਦੋਲਨ ਹੈ, ਇਹ ਲੋਕ ਅੰਦੋਲਨ ਹੈ। ਦੇਖੋ ਗੱਲ ਇਹ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹਨੂੰ ਆਏ ਤੁਸੀਂ ਵੀ ਗੱਲਾਂ ਤੇ ਇਹ ਨਹੀਂ ਵੀ ਸਭ ਬੈਠੇ ਆ ਤੇ ਉੱਤੇ ਮਿੱਟੀ ਉਹ ਹੀ ਪਾਤੀ, ਐ ਨਹੀਂ ਹੁੰਦਾ। ਸਿੱਖਾਂ ਨੂੰ ਜੇ ਕੋਈ ਮਾੜਾ ਕਹਿ ਰਿਹਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਸ ਅੰਦੋਲਨ ਦਾ ਜਿਹੜਾ ਹਰਾਵਲ ਦਸਤਾ ਨਾ, ਮੋਹਰੀ ਦਸਤਾ, ਉਹ ਸਿੱਖ ਆ। ਇਹਦਾ ਮਤਲਬ ਇਹ ਨਹੀਂ ਵੀ ਬਾਕੀ ਜਿਹੜੇ ਇਸ ਜਨ ਅੰਦੋਲਨ 'ਚ ਜਿਨ੍ਹਾਂ ਦੀ ਸ਼ਮੂਲੀਅਤ ਆ ਉਹਨੂੰ ਅਸੀਂ ਪਰਾਂ ਕਰ ਦਾਂਗੇ, ਪਰ ਜਿਹੜੀ ਹੈ ਗੱਲ ਉਹਨੂੰ ਵੀ ਸਾਨੂੰ ਮੰਨਣਾ ਪਊਗਾ। ਤੁਸੀਂ ਦੇਖੋ ਕਿਵੇਂ ਲੰਗਰ ਲੱਗੇ ਆ, ਦੇਖੋ ਕਿਵੇਂ ਸੇਵਾ ਹੁੰਦੀ ਆ, ਦੇਖੋ ਕਿਵੇਂ ਫੰਡ ਆਉਂਦੇ ਆ, ਕਿੱਥੋਂ ਆਉਂਦੇ ਆ, ਕੌਣ ਕਰ ਰਿਹਾ ਆ। ਦਿੱਲੀ 'ਚ ਜਿਹੜੇ ਸਾਡੇ ਹਜੇ ਤੱਕ ਉਹਨਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਬੇਆਸਰੇ ਬੈਠੇ ਆ, ਜਿਹੜੇ ਸਾਡੀ ਸਿੱਖ ਸੰਗਤ ਸੀ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਬੰਦੇ ਆ ਗਏ। ਦੇਖੋ ਕਿੰਨੀ ਸੇਵਾ ਕੀਤੀ ਆ ਦਿੱਲੀ ਦੀ ਸਿੱਖ ਸੰਗਤ ਨੇ। ਸੋ ਉਹਨਾਂ ਦਾ ਤੁਸੀਂ ਮਾਣ ਸਨਮਾਨ ਬਣਦਾ ਦਿਓ। ਦੂਜੀ ਗੱਲ, ਜੇ ਮੈਂ ਕਾਮਰੇਡ ਲਫ਼ਜ਼ ਯੂਜ਼ ਕੀਤਾ, ਉਹ ਕਿਉਂ ਕੀਤਾ? ਕਿਉਂਕਿ ਮੇਰੇ ਤੱਕ ਗੱਲਾਂ ਇਹ ਪਹੁੰਚੀਆਂ ਵੀ ਇੱਕ ਪੋਲੀਟੀਕਲ ਡਿਜ਼ਾਈਨ ਇਹ ਕੀਤਾ ਜਾ ਰਿਹਾ ਵੀ ਇੱਥੇ ਜਦੋਂ ਤੱਕ ਕੋਈ ਸਮੂਹਕ ਰਿਪਰੈਸ਼ਨ ਨਹੀਂ ਹੋਊਗਾ ਉਦੋਂ ਤੱਕ ਉਹਨਾਂ ਦੀ ਸਿਆਸਤ ਨਹੀਂ ਸਿਰਜੀ ਜਾਣੀ। ਜਦੋਂ ਇਹ ਗੱਲ ਮੇਰੇ ਤੱਕ ਪਹੁੰਚੀ ਤਾਂ ਇਸ ਗੱਲ ਨੇ ਮੈਨੂੰ ਡਿਸਟਰਬ ਕੀਤਾ। ਜੇ ਇਸ ਤਰ੍ਹਾਂ ਦੀ ਕੋਈ ਪੋਲੀਟੀਕਲ ਡਿਜ਼ਾਈਨ ਤਿਆਰ ਕੀਤਾ ਜਾਊਗਾ, ਉਹ ਗੱਲ ਤੁਹਾਨੂੰ ਐਜ਼ ਅ ਹਿਊਮਨ ਬੀਇੰਗ ਡਿਸਟਰਬ ਕਰੂਗਾ ਹੀ ਕਰੂਗਾ। ਪਰ ਬਾਈ ਜੀ ਗੱਲ ਇਹ ਆ ਵੀ ਦੇਖੋ ਗੱਲਾਂ ਤਾਂ ਗੱਲਾਂ ਨੇ ਇੱਕ ਤੋਂ ਦੂਜੀ ਥਾਂ ਤੱਕ ਜਾਣ ਵੇਲੇ ਜਦੋਂ ਸਫ਼ਰ ਤੈਅ ਕਰਦੀਆਂ ਰੂਪ ਬਦਲ ਜਾਂਦਾ। ਗੱਲਾਂ ਤਾਂ ਇਹ ਵੀ ਉੱਠਦੀਆਂ ਕਿ 2022 ਦੇ ਮੱਦੇਨਜ਼ਰ ਦੀਪ ਸਿੱਧੂ ਵੀ ਸਿਆਸੀ ਜ਼ਮੀਨ ਦੀ ਭਾਲ ਕਰ ਰਿਹਾ। ਹਾਂਜੀ ਦੇਖੋ ਗੱਲ ਉਹੀ ਆ, ਉਹਦਾ ਹੁਣ ਤੁਹਾਨੂੰ 2022 ਦੱਸ ਦੂਗਾ। ਬਿਲਕੁਲ, ਬੜਾ ਟਾਈਮ ਤਾਂ ਰਹਿ ਨਹੀਂ ਗਿਆ ਨਾ, ਸਾਲ ਕੀ ਰਹਿ ਗਿਆ, ਤਾਂ ਉਹ ਤਾਂ 2022 ਦੱਸ ਦੂਗਾ। ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ, ਗੱਲ ਇਤਰਾਜ਼ ਜਾਂ ਨਾ ਇਤਰਾਜ਼ ਦੀ ਨਹੀਂ ਆ ਵੀ ਸਿਆਸੀ ਜ਼ਮੀਨ ਦੀ ਭਾਲ ਕਰ ਰਿਹਾ। ਸਿਆਸੀ ਜ਼ਮੀਨ ਦੀ ਭਾਲ ਕਰਦਾ ਹੁੰਦਾ ਤਾਂ ਮੈਂ ਉੱਥੇ ਜਾ ਕੇ ਖੜਦਾ ਜਿੱਥੇ ਇੱਕ ਜਥੇਬੰਦੀਆਂ ਦਾ ਕਾਡਰ ਖੜਾ, ਫਿਰ ਤਾਂ ਬਣੇ ਬਣਾਏ ਜਿਹੜੇ ਸਟੇਜਾਂ ਤੋਂ ਮੈਂ ਭਾਸ਼ਣ ਦਿੰਦਾ, ਕਿਉਂਕਿ ਉਹ ਤਾਂ ਤਿਆਰ ਸਾਰਿਆਂ ਨੇ ਉਹੀ ਕੀਤਾ। ਆਪਦਾ ਮੋਰਚਾ ਲਾਉਣਾ, ਮੋਰਚਾ ਚਲਾਉਣਾ, ਉਸ ਮੋਰਚੇ 'ਚ ਉਹ ਗੱਲਾਂ ਕਰਨੀਆਂ ਜਿੱਥੇ ਅੱਜ ਅਸੀਂ ਖੜੇ ਆ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਜੇ ਮੈਂ 2 3 4 ਮਹੀਨੇ ਇਸ ਅੰਦੋਲਨ 'ਚ ਕੁਛ ਕਰਕੇ ਪਿੱਛੇ ਆਇਆ, ਐ ਨਹੀਂ ਵੀ ਮੈਂ ਬਣੀਆਂ ਬਣਾਈਆਂ ਸਟੇਜਾਂ 'ਚ ਜਾ ਕੇ ਭਾਸ਼ਣ ਦਿੰਦਾ ਰਿਹਾ। ਸੋ ਇਸ ਕਰਕੇ ਇਹਨੂੰ ਮਨਫੀ ਨਹੀਂ ਕਰ ਸਕਦੇ ਵੀ ਪਿੱਛੇ ਹੋਇਆ ਕੀ ਆ। ਔਰ ਉਹ ਹੋਇਆ, ਤੁਸੀਂ ਅੱਜ ਕਿੰਨੀ ਖੁਸ਼ੀ ਵਾਲੀ ਗੱਲ ਆ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਵੋਲਵ ਹੋ ਕੇ ਤੇ ਉਹ MSP ਤੋਂ ਉੱਥੇ ਉੱਠ ਕੇ ਆ ਗਏ। ਉਹਨਾਂ ਨੂੰ ਵੀ ਲੱਗਦਾ ਵੀ ਵਾਕਈ ਹੋਂਦ ਦੀ ਲੜਾਈ ਆ ਔਰ ਇਹ ਇਕੱਲੀ ਆਰਥਿਕ ਲੜਾਈ ਨਹੀਂ ਆ, ਇਹ MSP ਦੀ ਗੱਲ ਨਹੀਂ ਆ। ਜਿਸ ਤਰੀਕੇ ਦੇ ਨਾਲ ਇਹ ਘੋਲ ਹੁਣ ਲੜਿਆ ਜਾ ਰਿਹਾ, ਤੁਸੀਂ ਇਸ ਤੋਂ ਸੰਤੁਸ਼ਟ ਹੋ ਜਾਂ ਨਿਰਾਸ਼ ਹੋ? ਨਹੀਂ, ਮੈਂ ਨਿਰਾਸ਼ ਨਹੀਂ ਆ। ਪਹਿਲੀ ਗੱਲ ਤਾਂ ਜੋ ਇੱਥੇ ਕਲਾ ਵਾਪਰ ਰਹੀ ਆ, ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਵਾਪਰ ਰਹੀ ਆ, ਉਹਦੇ 'ਚੋਂ ਤੁਸੀਂ ਦੇਖੋ ਕਿਸ ਤਰ੍ਹਾਂ ਜੋ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਸੀ, ਕਿਸੇ ਨੇ ਵੀ ਨਹੀਂ ਕੀਤਾ ਸੀ, ਕਿਵੇਂ ਆ ਕੇ ਦਿੱਲੀ ਘੇਰੀ। ਤੇ ਦਿੱਲੀ ਘੇਰਨੀ ਇੱਕ ਇਤਿਹਾਸਿਕ ਗੱਲ ਸਿਰਜੀ ਹੈ ਅਸੀਂ, ਜਿਹੜਾ ਆਜ਼ਾਦੀ ਦੇ ਘੋਲ 'ਚ ਵੀ ਐਡੀ ਵੱਡੀ ਮੋਬਿਲਾਈਜੇਸ਼ਨ ਨਹੀਂ ਹੋਈ ਸੀ, ਐਡੇ ਵੱਡੇ ਰੋਹ ਨਹੀਂ ਪੈਦਾ ਹੋਏ ਸੀ ਆਜ਼ਾਦੀ ਦੇ ਘੋਲ 'ਚ ਵੀ। ਇਹ ਪਹਿਲੀ ਵਾਰੀ ਹੋਇਆ ਆਜ਼ਾਦੀ ਤੋਂ ਬਾਅਦ ਤੇ ਉਦੋਂ ਪਹਿਲਾਂ ਵਾਲੇ ਇੱਕ ਰੀਸੈਂਟ ਹਿਸਟਰੀ 'ਚ ਵੀ ਜਿਸ ਤਰ੍ਹਾਂ ਅਸੀਂ ਇੱਕ ਇਤਿਹਾਸ ਸਿਰਜਤਾ, ਇੱਕ ਦੇਸ਼ ਦੀ ਰਾਜਧਾਨੀ ਘੇਰ ਕੇ ਬਹਿ ਗਏ ਤੇ ਇੰਨੀ ਪੀਸਫੁਲ, ਐਡਾ ਵੱਡਾ ਕਰਾਊਡ ਹੋਵੇ, ਲੱਖਾਂ ਦੀ ਗਿਣਤੀ 'ਚ ਲੋਕ ਹੋਣ ਤੇ ਇੰਨੇ ਪੀਸਫੁਲ, ਐਡੀ ਵੱਡੀ ਜ਼ਿੰਮੇਵਾਰੀ। ਸੋ ਬਹੁਤ ਲੋਕਾਂ ਨੂੰ ਸਿਜਦਾ ਕਰਨਾ ਬਣਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਵੀਰ ਜੀ ਗੱਲ ਇਹ ਹੈ ਵੀ ਗੁੱਸੇ ਗਿਲੇ ਘਰ ਪਰਿਵਾਰ 'ਚ ਹੀ ਹੁੰਦੇ ਨੇ। ਆਪਾਂ ਘਰ ਦੇ ਵਿੱਚ ਵੀ ਜਿੰਨੇ ਜੀ ਹੋਈਏ, ਹਰੇਕ ਦੀ ਮੱਤ ਆਪੋ ਆਪਣੀ ਹੁੰਦੀ ਹੈ, ਹਰੇਕ ਬੰਦਾ ਆਪਣਾ ਰਾਹ ਲੈ ਕੇ ਤੇ ਫਿਰ ਤੁਰਦਾ ਹੈ। ਉਹਨਾਂ ਦੇ ਜਿਹੜੇ ਸ਼ਿਕਵੇ ਨੇ, ਗਿਲੇ ਨੇ, ਉਹ ਤਾਂ ਗਾਹੇ ਬਗਾਹੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਸਰੋਤਾਂ ਦੇ ਰਾਹੀਂ ਬਾਹਰ ਆਈ ਜਾ ਰਹੇ ਨੇ। ਪਰ ਤੁਹਾਡੇ ਮਨ ਦੇ ਵਿੱਚ ਕੀ ਗਿਲੇ ਸ਼ਿਕਵੇ ਨੇ, ਜੇ ਦੱਸਣਾ ਚਾਹੋ? ਨਹੀਂ ਜੀ, ਮੇਰੇ ਮਨ 'ਚ ਤਾਂ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ।
ਦੇਖੋ ਗੱਲ ਐ ਆ ਵੀ ਹੁਣ ਜਿੱਥੇ ਅਸੀਂ ਖੜੇ ਆ, ਮੈਂ ਪਹਿਲੀ ਵਾਰੀ ਪਹਿਲੇ ਦਿਨ ਤੋਂ ਅੱਜ ਤੱਕ ਇੱਕੋ ਹੀ ਗੱਲ ਤੇ ਖੜਾ ਵੀ ਅਸੀਂ ਆਪਦੇ ਪਿੰਡੋਂ, ਆਪਦੇ ਸੂਬੇ ਚੋਂ, ਪੰਜਾਬ ਚੋਂ ਬਾਹਰ ਬੈਠੇ ਆ। ਸਾਡਾ ਅੱਜ ਮਕਸਦ ਇੱਕੋ ਹੀ ਆ, ਦਿੱਲੀ ਦੇ ਨਾਲ ਲੜਨਾ। ਤੇ ਉੱਥੇ ਸਾਨੂੰ ਏਕਾ ਹੀ ਸਾਡਾ ਉਹਨਾਂ ਨੂੰ ਡਰਾਊਗਾ। ਮੇਰਾ ਕੋਈ ਗਲਾ ਸ਼ਿਕਵਾ ਨਹੀਂ ਆ, ਤੇ ਅਸੀਂ ਏਕੇ 'ਚ ਰਹਿ ਕੇ ਇੱਕ ਟੀਮ ਸਪਿਰਿਟ ਨਾਲ ਟੀਮ ਵਰਕ ਕਰੀਏ। ਜੇ ਟੀਮ ਵਰਕ ਕਰ ਜਾਾਂਗੇ ਤਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਲੜਾਈ ਆ ਅਸੀਂ ਉਹਨੂੰ ਸਟਰੋਂਗ ਕਰ ਦਾਂਗੇ। ਤੁਸੀਂ ਇੱਥੇ ਬੈਠੇ ਰਹਿਣ ਦੇ ਹੱਕ ਦੇ ਵਿੱਚੋਂ ਜਾਂ ਇਸ ਅੰਦੋਲਨ ਨੂੰ ਥੋੜਾ ਜਿਹਾ ਹੋਰ ਰੂਪ ਦੇਣ ਦੇ ਹੱਕ ਦੇ ਵਿੱਚੋਂ, ਜਾਂ ਕੀ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਚੱਲਦਾ? ਕਿਉਂਕਿ ਹਰ ਬੰਦੇ ਦਾ ਇੱਕ ਵਿਜ਼ਨ ਹੁੰਦਾ, ਹਰ ਬੰਦੇ ਦਾ ਇੱਕ ਤਰੀਕਾ ਸੋਚਣ ਦਾ। ਤੁਸੀਂ ਕੀ ਸੋਚਦੇ ਹੋ ਵੀ ਐਂ ਹੀ ਬੈਠੇ ਰਹਿਣਾ ਚਾਹੀਦਾ ਜਾਂ ਮਾੜਾ ਮੋਟਾ ਕੋਈ ਹੋਰ ਪੈੜ ਪੁੱਟਣੀ ਚਾਹੀਦੀ ਹੈ ਜਿਹਦੇ ਕਰਕੇ ਕੋਈ ਨਾ ਕੋਈ ਗੱਲ ਹੋਵੇ? ਦੇਖੋ ਗੱਲ ਆਏ ਆ ਵੀ ਅੱਜ ਇੱਕ ਡੈਡਲੌਕ ਕ੍ਰੀਏਟ ਹੋਇਆ ਔਰ ਇਹਨਾਂ ਨੇ, ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਜਾਣਬੁੱਝ ਕੇ ਸੁਪਰੀਮ ਕੋਰਟ ਦੀ ਐਂਟਰੀ ਇਹਦੇ 'ਚ ਕਰਾਈ ਹੈ। ਇੱਕ ਪਟੀਸ਼ਨ ਦਾਖਲ ਹੋਈ ਹੈ, ਤੇ ਪਟੀਸ਼ਨ ਦਾਖਲ ਹੋਈ ਹੈ, ਜਿਹੜਾ ਪਟੀਸ਼ਨਰ ਦਾ ਵਕੀਲ ਆ ਉਹ ਆ ਹਰੀਸ਼ ਸਾਲਵੇ। ਸਭ ਤੋਂ ਇੰਡੀਆ ਦਾ ਮਹਿੰਗਾ ਵਕੀਲ ਆ ਉਹ। ਸੋ ਇਹਦਾ ਮਤਲਬ ਸਾਨੂੰ ਇਹ ਲੱਗਦਾ ਹੋਵੇ ਵੀ ਹਰੀਸ਼ ਸਾਲਵੇ ਨੂੰ ਤੁਸੀਂ ਅਫੋਰਡ ਕਰ ਲਓਗੇ, ਕੋਈ ਜਾਂ ਆਮ ਬੰਦਾ ਕੋਈ ਵੀ ਮੈਂ ਅਫੋਰਡ ਕਰ ਲੂੰਗਾ, ਨਹੀਂ ਕਰ ਸਕਦੇ। ਉਹ ਇੰਡੀਆ ਦਾ ਸਭ ਤੋਂ ਮਹਿੰਗਾ ਵਕੀਲ ਆ। ਇਹਦਾ ਮਤਲਬ ਜਿਹਨੇ ਪਟੀਸ਼ਨ ਫਾਈਲ ਕੀਤੀ ਆ ਉਹ ਡੀਪ ਪਾਕਟਸ ਆ, ਉਹਦੇ ਕੋਲੇ ਚੰਗਾ ਪੈਸਾ, ਤੇ ਉਹਦੇ ਪਿੱਛੇ ਕੋਈ ਨਾ ਕੋਈ ਹੈਗਾ। ਸੋ ਸਰਕਾਰ ਦੀ ਇੰਟਰਫੇਰੈਂਸ ਉਸ ਪਟੀਸ਼ਨ 'ਚ 200% ਆ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ, ਇਹਦੇ ਨਾਲ ਕੀ ਨੁਕਸਾਨ ਹੋਣ ਦੀ ਸੰਭਾਵਨਾ? ਨਹੀਂ, ਤੁਹਾਨੂੰ ਦੱਸਦਾ ਨੁਕਸਾਨ। ਪਹਿਲਾਂ ਸਰਕਾਰ ਕੀ ਕਰ ਰਹੀ ਸੀ? ਸਰਕਾਰ ਕਰ ਰਹੀ ਸੀ ਵੀ ਇੱਕ ਕਮੇਟੀ ਕਨਸਟੀਟਿਊਟ ਕਰੋ ਤੇ ਆਪਾਂ ਉਹਦੀਆਂ ਰਿਕਮੈਂਡੇਸ਼ਨਸ ਤੇ ਹੱਲ ਕੱਢ ਲਾਂਗੇ। ਅਸੀਂ ਇਸ ਗੱਲ ਨੂੰ ਕਦੇ ਮੰਨਿਆ ਨਹੀਂ ਸੀ ਵੀ ਕਮੇਟੀ ਕਿਉਂ ਕਨਸਟੀਟਿਊਟ ਕਰੋ, ਤੁਹਾਡਾ ਜਦੋਂ ਅਧਿਕਾਰ ਹੀ ਨਹੀਂ ਆ, ਫਿਰ ਤੁਸੀਂ ਕਮੇਟੀ ਕਾਹਦੀ ਕਨਸਟੀਟਿਊਟ ਕਰਦੇ ਹੋ? ਤੁਸੀਂ ਤਾਂ ਰੱਦ ਕਰੋ, ਸਿੱਧੀ ਗੱਲ, ਤੁਹਾਡਾ ਅਧਿਕਾਰ ਹੀ ਨਹੀਂ ਆ, ਅਧਿਕਾਰ ਹੀ ਸਾਡਾ। ਤੇ ਅੱਜ ਸੁਪਰੀਮ ਕੋਰਟ ਨੇ ਕੀ ਰਿਕਮੈਂਡੇਸ਼ਨ ਕੀਤੀ? ਉਹ ਕਹਿੰਦੇ ਨਹੀਂ, ਤੁਹਾਨੂੰ ਕਿਸਾਨਾਂ ਨੂੰ ਹੱਕ ਆ, ਉਹ ਤਾਂ ਸਾਨੂੰ ਪਤਾ, ਤਾਂ ਹੀ ਤਾਂ ਸਾਨੂੰ ਬੈਠਣ ਦਿੱਤਾ ਜਾ ਰਿਹਾ। ਉਹ ਤਾਂ ਕਨਸਟੀਟਿਊਸ਼ਨ 'ਚ ਕਲੀਅਰ ਆ ਵੀ ਪੀਸਫੁਲ ਐਜੀਟੇਸ਼ਨ ਤੋਂ ਕੋਈ ਰੋਕ ਨਹੀਂ ਸਕਦਾ। ਤੇ ਉਹ ਬਾਖੂਬੀ ਅਸੀਂ ਆਪਦੀ ਜ਼ਿੰਮੇਵਾਰੀ ਵੀ ਸਮਝ ਕੇ ਇੱਥੇ ਕਿੰਨਾ ਪੀਸ ਤੇ ਕਿੰਨਾ ਡਿਸਪਲਿਨ ਦਿਖਾਇਆ। ਇਹ ਗੱਲ ਤਾਂ ਮੰਨਣੀ ਸੀ। ਸੋ ਦੂਜੀ ਗੱਲ ਸਾਡੇ ਨਾਲ ਕੀ ਕਰ ਰਹੇ ਆ ਵੀ ਅਸੀਂ ਸਰਕਾਰ ਨੂੰ ਵੀ ਕਹਿੰਦੇ ਆ ਤੇ ਕਿਸਾਨਾਂ ਨੂੰ ਵੀ ਕਹਿੰਦੇ ਆ ਇੱਕ ਕਮੇਟੀ ਕਨਸਟੀਟਿਊਟ ਕਰੋ। ਜਿਹੜਾ ਸਰਕਾਰ ਆਪਦੇ ਥਰੂ ਕੰਮ ਨਹੀਂ ਕਰ ਰਹੀ ਸੀ, ਹੁਣ ਉਹ ਕੋਰਟ ਦੇ ਰਸਤੇ ਦੇ ਥਰੂ ਕੰਮ ਕੀਤਾ ਜਾਊਗਾ। ਪਰ ਤੁਸੀਂ ਇਹ ਦੇਖੋ, ਕਮੇਟੀ ਕਨਸਟੀਟਿਊਟ ਤਾਂ ਅਸੀਂ ਕਰੀਏ ਜੇ ਗੱਲ ਉੱਥੇ ਹੀ ਆ ਜਾਂਦੀ ਆ ਮੁੜ ਘੁੜ ਕੇ ਵੀ ਜੇ ਤੁਹਾਡਾ ਅਧਿਕਾਰ ਹੋਵੇ ਤੁਸੀਂ ਸਾਡੇ ਘਰੇ ਆ ਕੇ ਸਾਡਾ ਪਾਲਿਸੀ ਡਿਸਾਈਡ ਕਰੋ, ਤੇ ਉਹਦੇ 'ਚ ਕਹੋ ਕਮੇਟੀ ਡਿਸਾਈਡ ਕਰੂਗੀ। ਹੁਣ ਜਦੋਂ ਸਾਡੇ ਘਰੇ ਆ ਕੇ ਸਾਡੀ ਪਾਲਿਸੀ ਤਾਂ ਅਸੀਂ ਬਣਾਵਾਂਗੇ ਨਾ, ਤੁਸੀਂ ਥੋੜੀ ਬਣਾਓਗੇ। ਸੋ ਗੱਲ ਹੀ ਇੱਥੇ ਅੜਦੀ ਆ ਕੇ। ਤੇ ਹੁਣ ਜਿੰਨਾ ਰੋਸ ਹੈ, ਜਿਵੇਂ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਹਰ ਰੋਜ਼ ਲੋਕਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ, ਕੀ ਲੱਗਦਾ ਹੈ ਕਿ ਇਹ ਅੱਗੇ ਕੀ ਨਵਾਂ ਰੂਪ ਇਸ ਅੰਦੋਲਨ ਨੂੰ ਮਿਲੇਗਾ? ਕੀ ਹੋਏਗਾ ਆਉਣ ਵਾਲੇ ਕੱਲ੍ਹ 'ਚ? ਮੈਂ ਇਹੀ ਪਹਿਲਾਂ ਤੁਹਾਡਾ ਇੱਕ ਜਵਾਬ ਵਿੱਚ ਰਹਿ ਗਿਆ। ਤੁਸੀਂ ਕਹਿੰਦੇ ਹੋ ਵੀ ਗਾਂ ਕਿਵੇਂ ਵਧ ਗਏ। ਹੁਣ ਇੱਕ ਡੈਡਲੌਕ ਕ੍ਰੀਏਟ ਹੋ ਗਿਆ, ਤੇ ਜੇ ਅਸੀਂ ਇਹ ਸੋਚਦੇ ਹਾਂ ਵੀ ਸੁਪਰੀਮ ਕੋਰਟ ਦੇ ਥਰੂ ਉਹ ਡੈਡਲੌਕ ਟੁੱਟੂਗਾ ਤਾਂ ਮੈਨੂੰ ਲੱਗਦਾ ਉਹ ਬਾਹਲੀ ਵਧੀਆ ਗੱਲ ਨਹੀਂ ਆ ਸਾਡੇ ਲਈ, ਕਿਉਂਕਿ ਫਿਰ ਅਸੀਂ ਆਪਦੇ ਸਟੈਂਡ ਤੋਂ ਪਰਾਂ ਹੋ ਜਾਵਾਂਗੇ। ਹੁਣ ਸਾਨੂੰ ਪ੍ਰੋਗਰਾਮ ਦੇਣੇ ਚਾਹੀਦੇ ਆ, ਸਾਡੇ ਲੋਕਾਂ ਨੂੰ ਪ੍ਰੋਗਰਾਮ ਦੇਣੇ ਚਾਹੀਦੇ ਆ। ਉਹ ਪ੍ਰੋਗਰਾਮ ਕਿਸਾਨ ਜਥੇਬੰਦੀਆਂ, ਫੋਰ ਐਗਜ਼ਾਮਪਲ, ਜਿਵੇਂ ਕਈ ਵਾਰੀ ਆਪਣੇ ਇਤਿਹਾਸ 'ਚ ਮੋਰਚੇ ਲੱਗਦੇ ਹੁੰਦੇ ਸੀ ਨਾ, ਤੇ ਉੱਥੋਂ 100 ਦਾ ਜੱਥਾ ਜਾਂਦਾ ਹੁੰਦਾ ਸੀ ਤੇ ਗ੍ਰਿਫਤਾਰੀਆਂ ਦਿੰਦਾ ਸੀ। ਪੀਸਫੁਲ ਆਰਾਮ ਨਾਲ ਉਹ ਜਾਂਦੇ ਸੀ ਤੇ ਗ੍ਰਿਫਤਾਰੀਆਂ ਦਿੰਦੇ ਸੀ, ਇਸੇ ਰੋਸ 'ਚ ਵੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ। ਦੇਖੋ ਅਸੀਂ ਹੁਣ ਇੱਥੇ ਇਸ ਵੈਦਰ ਨਾਲ ਵੀ ਜੂਝ ਰਹੇ ਆ, ਠੰਡ ਪੈ ਰਹੀ ਆ, ਰੋਜ਼ ਇੱਕ ਜਿਹੜੀ ਸਾਡੇ ਇੱਥੇ ਸੰਗਤ 'ਚੋਂ ਅਕਾਲ ਚਲਾਣਾ ਹੋ ਜਾਂਦਾ, ਬਜ਼ੁਰਗ ਦਾ ਜਾਂ ਕਿਸੇ ਦਾ, ਹਨਾ। ਇਹ ਗੱਲ ਤਾਂ ਅਸੀਂ, ਸੋ ਉਸ ਗੱਲ ਨੂੰ, ਉਹ ਗੰਭੀਰ ਗੱਲ ਆ, ਇਹਨੂੰ ਅਸੀਂ ਇਹ ਨਹੀਂ ਵੀ ਇਹਦੇ ਬਾਰੇ ਸੋਚਿਆ ਨਾ ਜਾਵੇ। ਤਾਂ ਹੁਣ ਅਸੀਂ ਲੜਾਈ ਨੂੰ ਲੰਬਾ ਨਹੀਂ ਕਰਨਾ, ਤੇ ਸਰਕਾਰ ਚਾਹੁੰਦੀ ਹੈ ਵੀ ਲੰਬੇ ਹੋਵੇ ਲੜਾਈ, ਕਿਉਂਕਿ ਉਹਨਾਂ ਦੇ ਪੱਖ 'ਚ ਜਾਊਗੀ ਲੜਾਈ। ਅਸੀਂ ਲਾਮਬੰਦੀ ਵੀ ਬਣਾ ਕੇ ਰੱਖਣੀ ਆ, ਉਤਸ਼ਾਹ ਵੀ ਬਣਾ ਕੇ ਰੱਖਣਾ, ਤੇ ਇਹਨੂੰ ਹੋਰ ਵੀ ਗਾਂ ਲੋਕਾਂ ਨੂੰ, ਸੂਬਿਆਂ ਨੂੰ ਜਾਂ ਇੰਟਰਨੈਸ਼ਨਲੀ ਲੋਕਾਂ ਨੂੰ ਨਾਲ ਜੋੜਨਾ। ਤੁਹਾਡੀ ਥੋੜੀ ਬਹੁਤੀ ਰਾਏ ਮੰਨਦੇ ਆ ਵੀ ਜੇਕਰ ਤੁਸੀਂ ਉਹਨਾਂ ਨੂੰ ਇਹ ਸਲਾਹ ਦਿੱਤੀ ਆ ਵੀ ਭਾਈ ਆਪਾਂ ਗ੍ਰਿਫਤਾਰੀਆਂ ਦੇਗੇ, ਆਪਾਂ ਮਾੜੀ ਮੋਟੀ ਹਿਲਜੁਲ ਕਰੀਏ, ਆਪਾਂ ਇੱਥੇ ਬੈਠੇ ਆ, ਉਹ ਉੱਥੇ ਅੜੇ ਹੋਏ ਆ, ਐਵੇਂ ਤਾਂ ਮਸਲੇ ਦਾ ਹੱਲ ਹੀ ਨਹੀਂ ਹੋਣਾ? ਨਹੀਂ, ਸਲਾਹ ਤਾਂ ਅੱਜ ਜਿਵੇਂ ਆਪਾਂ ਪਹਿਲੀ ਵਾਰੀ ਗੱਲ ਕੀਤੀ ਆ ਇਹ ਵੀ ਹੁਣ ਸਾਨੂੰ ਇਹ ਡੈਡਲੌਕ ਜੇ ਤੋੜਨਾ ਨਾ ਤਾਂ ਅਸੀਂ ਪ੍ਰੋਗਰਾਮ ਦੇਈਏ, ਚਾਹੇ ਉਹ ਅਸੀਂ 100 ਦਾ ਜੱਥਾ ਬਣਾ ਕੇ ਭੇਜੀਏ ਵੀ ਕਰੋ ਗ੍ਰਿਫਤਾਰ, ਅਸੀਂ ਉਹ ਗ੍ਰਿਫਤਾਰੀਆਂ ਦੇਈਏ,
ਹਨਾ। ਇਹ ਸਾਡੇ ਇਤਿਹਾਸ 'ਚ ਹੁੰਦਾ ਰਿਹਾ, ਮੋਰਚਿਆਂ 'ਚ ਜੇਲ੍ਹਾਂ ਵੀ ਭਰਦੇ ਰਹੇ ਆ, ਕਿਉਂਕਿ ਸਰਕਾਰ ਤੇ ਦਬਾਅ ਬਣਾਉਣਾ ਹੁਣ। ਔਰ ਜਿਵੇਂ ਅਸੀਂ ਦੇਖ ਰਹੇ ਹਾਂ ਹੁਣ, ਤੁਸੀਂ ਦੇਖੋ ਦਿੱਲੀ ਦੀ ਲਾਈਫ ਤਾਂ ਉਵੇਂ ਹੀ ਚੱਲ ਰਹੀ ਹੈ, ਸਾਰੇ ਪਾਸਿਆਂ ਤੋਂ ਚੱਲ ਰਹੀ ਹੈ। ਜੈਪੁਰ ਵੀ ਉੱਥੇ ਬੈਠ ਗਏ, ਟਿਕਰੀ ਵੀ ਬੈਠ ਗਏ, ਪਰ ਆਵਾਜਾਈ ਸਭ ਕੁਝ ਚੱਲ ਰਿਹਾ। ਸੋ ਕਿਤੇ ਨਾ ਕਿਤੇ ਤਾਂ ਕੋਈ ਸਾਨੂੰ ਪ੍ਰੈਸ਼ਰ ਪੁਆਇੰਟ ਕ੍ਰੀਏਟ ਕਰਨਾ ਪਊਗਾ, ਹਨਾ। ਇੱਥੋਂ ਤੱਕ ਕਿ ਬਹੁਤ ਲੋਕਾਂ ਨੇ ਇਹ ਗੱਲ ਵੀ ਕਹੀ ਸੀ ਵਿੱਚ, ਜਿਹੜੇ ਸੁਹਿਰਦ ਸਾਡੇ ਬੰਦੇ ਆ, ਵੀ ਤੁਸੀਂ ਬਲੱਡ ਡੋਨੇਸ਼ਨ ਕੈਂਪਸ ਆਰਗੇਨਾਈਜ਼ ਕਰੋ, ਤੇ ਉਹ ਬਲੱਡ ਤੁਸੀਂ ਇਹਨਾਂ ਨੂੰ ਭੇਜੋ। ਇਹਨਾਂ ਨੂੰ ਸ਼ਰਮ ਤਾਂ ਆਵੇ ਕਿਤੇ ਨਾ ਕਿਤੇ, ਇਹਨਾਂ ਦੇ ਅੰਦਰ ਇਨਸਾਨੀਅਤ ਦੀ ਚਿਣਕ ਤਾਂ ਜਾਗੇ। ਵੀ ਖੂਨ ਭੇਜੋ, ਆਪਣਾ ਖੂਨ ਭੇਜੋ। ਹਾਂਜੀ, ਵੀ ਬਲੱਡ ਤੁਸੀਂ ਡੋਨੇਸ਼ਨ ਭੇਜੋ, ਚਾਹੇ ਹਸਪੀਟਲ 'ਚ ਭੇਜੋ, ਵੀ ਤੁਸੀਂ ਸਾਡਾ ਖੂਨ ਹੀ ਚੂਸਣਾ ਨਾ, ਆ ਲਓ ਫਿਰ ਅਸੀਂ ਤੁਹਾਨੂੰ ਦਾਨ ਹੀ ਦਿੰਨੇ ਆ। ਇਹ ਦੇਖੋ ਇੱਕ ਬਹੁਤ ਵਧੀਆ ਜੈਸਚਰ ਵੀ ਆ, ਤੇ ਇਹਦੇ ਨਾਲ ਕਿਤੇ ਨਾ ਕਿਤੇ ਇੰਟਰਨੈਸ਼ਨਲੀ ਜਿਹੜੀ ਗੱਲ ਉੱਠੂਗੀ, ਹਿਊਮਨ ਰਾਈਟਸ ਦੀ ਉਲੰਘਣਾ ਕਿਵੇਂ ਕਰ ਰਹੇ ਜਿਸ ਤਰੀਕੇ ਦੇ ਨਾਲ ਡੈਡ ਲੋਕ ਇੱਥੇ ਲੱਗਾ, ਜੋ ਕੁਝ ਵੀ ਇੱਥੇ ਖੜੋਤ ਆ ਗਈ, ਤੁਹਾਡੇ ਕਹਿਣ ਦਾ ਭਾਵ ਹਾਂਜੀ, ਇਹਦੇ ਨਾਲ ਕੋਈ ਕੇਂਦਰ ਦੀ ਸਰਕਾਰ ਦੇ ਝੁਕਣ ਦੀ ਸੰਭਾਵਨਾ ਹੈ ਨੇੜ ਭਵਿੱਖ ਦੇ ਵਿੱਚ, ਜਾਂ ਫਿਰ ਨਹੀਂ ਜੀ? ਦੇਖੋ ਸਰਕਾਰ ਝੁਕੂਗੀ, ਕਿਉਂ ਝੁਕੂਗੀ? ਕਿਉਂਕਿ ਇਸ ਗੱਲ, ਜੇ ਅਸੀਂ ਇਹ ਕਹਿ ਲਈਏ ਵੀ ਹਜੇ ਬਹੁਤ ਵੱਡਾ ਪ੍ਰੈਸ਼ਰ ਆ ਉਹਨਾਂ ਤੇ, ਪ੍ਰੈਸ਼ਰ ਤਾਂ ਹੈ, ਪਰ ਉਹਨਾਂ ਨੇ ਨਹੀਂ, ਪਰ ਪ੍ਰੈਸ਼ਰ ਤਾਂ ਹੈ, ਪਰ ਆਪਦੀ ਸਿਆਸਤ ਡਿੱਗ ਪਏ ਤੇ ਉਹ ਝੁੱਕ ਕੇ ਇਹਨੂੰ ਰੱਦ ਕਰ ਜੇ, ਉਹਨਾਂ ਪ੍ਰੈਸ਼ਰ ਹਜੇ ਕ੍ਰੀਏਟ ਨਹੀਂ ਹੋਇਆ। ਉਹਨਾਂ ਨੇ ਆਪਦਾ ਪ੍ਰੋਪੇਗੈਂਡਾ ਸ਼ੁਰੂ ਕਰਤਾ, ਉਹਨਾਂ ਨੇ ਪਿੰਡਾਂ 'ਚ ਜਾ ਕੇ ਸਾਡੇ ਪੰਜਾਬ ਦੇ ਪ੍ਰੋਪੇਗੈਂਡਾ ਸ਼ੁਰੂ ਕਰਤਾ। ਉਹਨਾਂ ਨੇ, ਤੁਸੀਂ ਦੇਖੋ ਅਖਬਾਰਾਂ 'ਚ ਵੱਡੀਆਂ ਵੱਡੀਆਂ ਐਡਾਂ ਲਾਉਣੀਆਂ ਸ਼ੁਰੂ ਕਰਤੀਆਂ, ਪਿੰਡਾਂ 'ਚ ਜਾ ਕੇ ਇਹ ਕਹਿ ਰਹੇ ਆ ਵੀ ਇਹ ਤਾਂ ਮੋਦੀ ਸਰਕਾਰ ਨੇ ਹੁਣ ਜਿਹੜਾ ਕੰਮ ਕੀਤਾ, ਜਿਸ ਤਰ੍ਹਾਂ ਇੱਥੇ ਡੋਮੀਨੇਸ਼ਨ ਸੀ ਜ਼ਮੀਨ ਤੇ ਪੰਜਾਬੀ ਕਮਿਊਨਿਟੀ ਦੀ, ਉਹਨੂੰ ਤੋੜਨਾ। ਇਹ ਇੱਕ ਨਵਾਂ ਹੀ ਪ੍ਰੋਪੇਗੈਂਡਾ ਸ਼ੁਰੂ ਕਰਤਾ। ਬਾਕੀ ਸ਼ਹਿਰਾਂ 'ਚ, ਰਾਜਾਂ 'ਚ ਇਹ ਪ੍ਰੋਪੇਗੈਂਡਾ ਕਰ ਰਹੇ ਆ ਵੀ ਇਹ ਰਿਫਾਰਮਸ ਆ, ਇਹ ਤਾਂ ਜ਼ਰੂਰੀ ਸੀ, ਇਹਦੇ ਨਾਲ ਤਾਂ ਅਸੀਂ ਵਿਚੋਲੀਏ ਨੂੰ, ਜਿਹੜੀ ਇਹ ਗੱਲ ਕਰਦੇ ਸੀ ਵੀ ਖਤਮ ਕੀਤਾ, ਜਿਹਨੂੰ ਇਹ ਵਿਚੋਲੀਆ ਕਹਿੰਦੇ ਆ। ਇਹ ਹਾਲਾਂਕਿ ਵਿਚੋਲੀਆ ਤਾਂ ਵੱਡਾ ਲਿਆ ਕੇ ਵਿੱਚ ਪਾ ਰਹੇ ਆ ਸਾਡੇ। ਸੋ ਉਹ ਪ੍ਰੋਪੇਗੈਂਡਾ ਨਾਲ ਦੀ ਨਾਲ ਕਰ ਰਹੇ ਆ। ਸਾਨੂੰ ਵੀ ਆਪਦਾ ਨੈਰੇਟਿਵ ਸਿਰਜਣਾ ਪੈਣਾ, ਸਟਰੋਂਗ ਨੈਰੇਟਿਵ ਸਿਰਜਣਾ ਪੈਣਾ। ਦੇਖੋ ਸਾਡੇ ਨਾਲ ਜਿਸ ਤਰ੍ਹਾਂ NRI ਸਾਡੇ ਜੁੜੇ ਸੀ, ਸਾਰਾ ਡਾਇਸਪੋਰਾ ਜੁੜਿਆ ਸੀ, ਉਹਨਾਂ ਨੂੰ ਵੀ ਪ੍ਰੋਗਰਾਮ ਦੇਈਏ, ਉਹਨਾਂ ਨੂੰ ਸ਼ਾਮਲ ਕਰੋ ਨਾ। ਉਹਨਾਂ ਨੇ ਇੱਕ ਹਫ਼ਤਾ ਆ ਕੇ ਪ੍ਰੋਟੈਸਟ ਕੀਤੇ ਉੱਥੇ, ਉਸ ਵੇਲੇ ਇੰਟਰਨੈਸ਼ਨਲ ਕਮਿਊਨਿਟੀ ਹਿੱਲੀ, ਸਾਰਾ ਲੰਡਨ ਜੈਮ ਹੋਇਆ, ਨਿਊਯਾਰਕ 'ਚ ਹੋਏ, ਸੈਨ ਫਰਾਂਸਿਸਕੋ 'ਚ ਹੋਏ, ਆਸਟ੍ਰੇਲੀਆ ਹੋਏ। ਉਸੇ ਤਰ੍ਹਾਂ ਉਹਨਾਂ ਨੂੰ ਹਰ ਵੀਕਐਂਡ ਤੇ ਕੋਈ ਨਾ ਕੋਈ ਪ੍ਰੋਗਰਾਮ ਦਿਓ, ਪ੍ਰੋਟੈਸਟ ਨੂੰ ਵੱਡਾ ਕਰੀਏ ਅਸੀਂ। ਇਸੇ ਤਰ੍ਹਾਂ ਬਾਕੀ ਰਾਜ ਆ, ਜਿਹੜੇ ਸੂਬੇ ਆ, ਉੱਥੋਂ ਦੇ ਲੋਕਾਂ ਨੂੰ ਵਿੱਚ ਸ਼ਾਮਲ ਕਰਕੇ ਪ੍ਰੋਟੈਸਟ ਨੂੰ ਵੱਡਾ ਕਰੀਏ। ਮੈਂ ਜੀ ਇਹ ਦੱਸੋ ਵੀ ਜਦੋਂ ਤੁਹਾਨੂੰ ਕੋਈ ਕਹਿੰਦਾ ਵੀ ਭਾਈ ਤੁਸੀਂ RSS ਦੇ ਬੰਦੇ ਆ, ਹਾਂਜੀ, ਤੁਹਾਡੇ ਮਨ ਤੇ ਕਿੰਨੀ ਕੁ ਸੱਟ ਵੱਜਦੀ ਹੈ? ਦੇਖੋ ਮੈਂ ਉਹੀ ਕਿਹਾ, ਇਹ ਤਾਂ ਮੈਨੂੰ ਹੁਣ 3 ਮਹੀਨੇ ਹੋ ਗਏ ਕਹਿੰਦੇ ਹਨਾ। ਕਈ ਵਾਰੀ ਇਹ ਗੱਲ ਬਹੁਤ ਅੰਦਰ ਜਾ ਕੇ ਤੁਹਾਨੂੰ ਸਤਾਉਂਦੀ ਆ ਵੀ ਤੁਸੀਂ, ਤੁਹਾਡੇ ਆਪਦੇ ਬੰਦੇ, ਤੁਹਾਡਾ ਆਪਦਾ ਪੰਜਾਬ, ਤੇ ਬਿਨਾਂ ਕਿਸੇ ਆਧਾਰ ਤੋਂ ਤੁਸੀਂ ਮੇਰੀ ਅੱਜ 4 ਮਹੀਨੇ ਹੋ ਗਏ, ਇੱਕ ਵੀ ਸਟੇਟਮੈਂਟ ਕੱਢ ਦਿਓ ਜਿਹੜੀ ਦਿੱਲੀ ਦੇ ਹੱਕ 'ਚ ਜਾਂਦੀ ਹੋਵੇ, BJP ਦੇ ਹੱਕ 'ਚ ਜਾਂਦੀ ਹੋਵੇ, ਜਾਂ RSS ਦੇ ਹੱਕ 'ਚ, ਇੱਕ ਵੀ ਸਟੇਟਮੈਂਟ। ਅਦਰਵਾਈਜ਼ ਬੰਦਾ ਫੜਿਆ ਜਾਂਦਾ ਹੁੰਦਾ ਬਾਈ, ਇੰਨਾ ਨਹੀਂ ਕੋਈ ਪੜੂ ਸਕਦਾ। ਤੇ ਅੱਛਾ, ਉਹ ਵੱਖਰੀ ਗੱਲ ਆ, ਬਾਕੀ ਸਮਾਂ ਵੀ ਦੱਸ ਦੂ। ਪਰ ਜਿਹੜਾ ਪਰਸਨਲੀ ਇਹ ਗੱਲ ਤੰਗ ਕਰਦੀ ਆ ਨਾ ਕਈ ਵਾਰੀ ਤੁਹਾਨੂੰ, ਉਹ ਬਹੁਤ ਕਰਦੀ ਆ, ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਔਰ ਸਪੈਸ਼ਲੀ ਮੈਂ ਇੱਕ ਜਜ਼ਬਾਤੀ ਬੰਦਾ, ਉੱਥੇ ਫਿਰ ਸੱਟ ਵੱਜਦੀ ਆ ਜਾ ਕੇ ਅੰਦਰ। ਪਿਛਲੇ ਦਿਨੀ ਸਨੀ ਦਿਓਲ ਹੋਰਾਂ ਨੇ ਵੀ ਤੁਹਾਡੇ ਬਾਰੇ ਇੱਕ ਟਵੀਟ ਜਿਹੜਾ ਉਹ ਸਾਂਝਾ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ, ਔਰ ਇਹ ਆਪਾਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਵੀ ਉਹ ਟਵੀਟ ਇਸੇ ਲਈ ਕੀਤਾ ਗਿਆ ਕਿ ਉਹ ਗੋਦੀ ਦੇ ਵਿੱਚ ਬੈਠੇ ਨੇ ਤੇ ਤੁਸੀਂ ਉਹਨਾਂ ਦੇ ਅਗੇਂਸਟ ਚੱਲ ਰਹੇ ਹੋ, ਤੁਸੀਂ ਅੱਜ ਕਿਸਾਨਾਂ ਦੇ ਨਾਲ ਇੱਥੇ ਖੜੇ ਹੋ। ਉਸ ਟਵੀਟ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਲੜਕਾ ਹੈ ਦੀਪ ਸਿੱਧੂ, ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ। ਕਿੰਨਾ ਕੁ ਦੁੱਖ ਹੈ ਇਸ ਟਵੀਟ? ਨਹੀਂ ਜੀ, ਬਹੁਤ ਦੁੱਖ ਹੈ। ਉਹ ਰਿਸ਼ਤੇ ਜਿਹੜੇ ਜਿਨ੍ਹਾਂ ਦੀ ਸਾਂਝ ਬੜੀ ਗੂੜੀ ਸੀ ਹਨਾ, ਜਿੱਥੇ ਭਰਾਵਾਂ ਵਾਲਾ ਰਿਸ਼ਤਾ ਸੀ, ਤੇ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ, ਕਈ ਵਾਰੀ ਪਿਆਰ ਦੀਆਂ ਸਾਂਝਾਂ ਉਹ ਖੂਨ ਦੇ ਰਿਸ਼ਤਿਆਂ ਤੋਂ ਵੀ ਗੂੜੀਆਂ ਹੁੰਦੀਆਂ। ਤੇ ਉੱਥੇ ਜਦੋਂ ਜਾ ਕੇ ਰਿਸ਼ਤਿਆਂ ਤੋਂ ਮੁਨਕਰ ਹੋਣਾ ਕੋਈ ਸੌਖੀ ਗੱਲ ਥੋੜੀ ਆ, ਇਹ ਤਾਂ ਬਹੁਤ ਔਖੀ ਗੱਲ ਆ। ਸੋ ਉਹਨੇ ਮੈਨੂੰ ਇਮੋਸ਼ਨਲੀ ਬਹੁਤ ਤੰਗ ਕੀਤਾ। ਹਾਂਜੀ, ਬਿਲਕੁਲ ਕੀਤਾ। ਇਹਦੇ 'ਚ ਕੋਈ ਮੈਂ ਜਿਵੇਂ ਕਿਹਾ, ਮੈਂ ਜਜ਼ਬਾਤਾਂ ਦੇ ਆਧਾਰ ਤੇ ਹੀ ਇੱਥੇ ਆ ਗਿਆ ਨਾ। ਜਜ਼ਬਾਤ ਵੀ ਮੇਰੇ ਲੋਕ, ਮੇਰਾ ਪੰਜਾਬ, ਉਹ ਜਜ਼ਬਾਤ ਹੀ ਮੈਨੂੰ ਖਿੱਚ ਕੇ ਲੈ ਆਏ। ਹੋਰ ਜੇ ਅਸੀਂ ਕਹੀਏ, ਜਦੋਂ ਵਿਰਸਾ ਜਾਗਦਾ ਨਾ ਅੰਦਰ, ਉਹ ਵਿਰਸਾ ਫਿਰ ਤੁਹਾਨੂੰ ਟਿਕਣ ਨਹੀਂ ਦਿੰਦਾ। ਤੇ ਉਹੀ ਵਿਰਸਾ ਕਿਤੇ ਮੇਰੇ ਅੰਦਰ ਜਾਗਿਆ ਜਦੋਂ ਮੈਂ ਸਾਰਾ ਤਾਣਾ ਬਾਣਾ ਸਮਝਿਆ। ਤੇ ਸਾਨੂੰ ਲੋਕਡਾਊਨ ਨੇ ਮੇਰੇ ਤੇ ਵੀ ਇਹ ਅਸਰ ਕੀਤਾ, ਕਿਉਂਕਿ ਉਦੋਂ ਪਹਿਲਾਂ ਤਾਂ ਸਾਨੂੰ ਟਾਈਮ ਹੀ ਨਹੀਂ ਮਿਲਦਾ ਸੀ ਨਾ। ਜ਼ਿੰਦਗੀ ਇੰਨੀ ਜ਼ਿਆਦਾ ਮਸਰੂਫੀਅਤ, ਉਹਦੇ 'ਚ ਤੁਸੀਂ ਕਦੇ ਇੱਧਰ ਨੂੰ ਤੁਰ ਗਏ, ਉੱਧਰ ਨੂੰ ਭੱਜ ਗਏ, ਆਹ ਕੰਮਾਂ ਨੇ ਹੀ ਤੁਹਾਨੂੰ ਘੇਰ ਰੱਖਿਆ ਹੁੰਦਾ। ਉਸ ਮਾਨਸਿਕਤਾ 'ਚੋਂ ਨਿਕਲਣਾ ਵੀ ਬਹੁਤ ਔਖਾ। ਸੋ ਲੋਕਡਾਊਨ 'ਚ ਸਾਨੂੰ ਟਾਈਮ ਕਿੰਨਾ ਮਿਲਿਆ,
ਆਪਦੇ ਆਪ ਲਈ ਟਾਈਮ ਮਿਲਿਆ। ਉਸ ਟਾਈਮ 'ਚ ਅਸੀਂ ਆਪਦੀਆਂ ਜੜ੍ਹਾਂ ਨਾਲੋਂ ਜੁੜਾਂਗੇ ਹੀ ਜੁੜਾਂਗੇ, ਕਿਉਂਕਿ ਵਿਰਸਾ ਸਾਡੇ ਅੰਦਰੋਂ ਨਿਕਲਿਆ ਨਹੀਂ ਕੱਢਿਆ ਨਹੀਂ ਜਾ ਉਸ ਸਕਦਾ। ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਾਂ ਕੋਈ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਹੁਣ ਉੱਥੇ ਗੱਲ ਰਹਿ ਨਹੀਂ ਗਈ ਆ। ਗੱਲ ਹੁਣ ਗਿਲੇ ਸ਼ਿਕਵੇ ਤੇ ਗੱਲਬਾਤ ਕਲੀਅਰ ਹੋਣ ਤੇ ਉੱਥੇ ਰਹਿ ਨਹੀਂ ਗਈ ਆ। ਫਰਕ ਵਾਲੇ ਵੱਡੇ ਪੈ ਗਏ। ਐਟਲੀਸਟ ਜੇ ਮੇਰੇ ਮਨ 'ਚ ਨਾ ਹੋਵੇ ਤਾਂ ਉਹਨਾਂ ਦੇ ਮਨ 'ਚ ਫਰਕ ਬਹੁਤ ਵੱਡੇ ਆ। ਉਹ ਰਿਸ਼ਤਾ ਤਾਂ ਹੁਣ ਖਤਮ ਹੋ ਗਿਆ ਜੀ। ਹਾਂਜੀ। ਤੁਸੀਂ ਮਤਲਬ ਇਹ ਕਿਤੇ ਨਾ ਕਿਤੇ ਮੰਨਦੇ ਹੋ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਕਰਕੇ ਰਿਸ਼ਤਾ ਜਿਹੜਾ ਖਤਮ ਹੋ ਗਿਆ, ਇਸ ਚੀਜ਼ ਦਾ ਕੋਈ ਅਫਸੋਸ ਜਾਂ ਮਲਾਲ ਤਾਂ ਨਹੀਂ ਹੈ? ਨਹੀਂ ਜੀ, ਕੋਈ ਅਫਸੋਸ ਨਹੀਂ। ਮੈਂ ਆਪਦੀ ਰੂਹ ਦੀ, ਆਪਦੀ ਜੋ ਅੰਦਰ ਮੇਰੀ ਆਵਾਜ਼ ਆਈ ਮੈਂ ਉਹੀ ਸੁਣੀ। ਤੇ ਕੋਈ ਵੀ ਪੰਜਾਬ ਦਾ ਜਿਹੜਾ ਪੁੱਤ ਹੋਊਗਾ ਉਹ ਇਹੀ ਕਹੂਗਾ ਵੀ ਜਦੋਂ ਸਾਡੀ ਧਰਤੀ ਨੂੰ, ਸਾਡੇ ਲੋਕਾਂ ਨੂੰ ਸਾਡੀ ਜ਼ਰੂਰਤ ਆ, ਉਦੋਂ ਤਾਂ ਫਿਰ ਖੜਨਾ ਪੈਂਦਾ। ਭਾਈ ਜੀ, ਜਿਸ ਤਰੀਕੇ ਨਾਲ ਤੁਹਾਡੇ ਉੱਤੇ ਬੇਭਰੋਸਗੀ ਪੈਦਾ ਹੋਈ ਆ, ਹਾਂਜੀ, ਉਹਦੇ ਪਿੱਛੇ ਇੱਕ ਵਜ੍ਹਾ ਤਾਂ ਇਹ ਵੀ ਕਾਰਨ ਆ ਨਾ ਕਿ ਤੁਸੀਂ ਸਨੀ ਦਿਓਲ ਦਾ ਪ੍ਰਚਾਰ ਕਰਦੇ ਰਹੇ, ਭਾਵੇਂ ਯਾਰੀ ਕਰਕੇ ਕਰਦੇ ਰਹੇ, ਸਾਂਝ ਕਰਕੇ ਕਰਦੇ ਰਹੇ। ਇਹਦਾ ਵੀ ਪਛਤਾਵਾ ਕਦੇ ਕਦਾਈ ਹੁੰਦਾ ਕਿ ਨਹੀਂ ਵੀ ਸਨੀ ਦਿਓਲ ਨੂੰ ਜੇਕਰ ਇਕਾਂਤਵਾਸ ਵੀ ਰਹਿਣਾ ਪੈਂਦਾ ਉਹ ਮਨਾਲੀ 'ਚ ਰਹਿੰਦਾ, ਇਹ ਉਹ ਨਹੀਂ ਪਠਾਨਕੋਟ ਦੇ ਵਿੱਚ ਹੀ ਰਹਿਣਾ, ਕਮ ਸੇ ਕਮ ਸਹੁੰ ਤਾਂ ਪਾ ਦੂੰਗਾ ਵੀ 14 ਦਿਨ ਰਹਿ ਕੇ ਗਿਆ ਇੱਥੇ। ਨਹੀਂ, ਮੈਨੂੰ ਇਹਦਾ ਕੋਈ ਅਫਸੋਸ ਨਹੀਂ ਹੁੰਦਾ ਜੀ। ਉਦੋਂ ਮੈਂ ਯਾਰੀ ਨਿਭਾਈ ਤੇ ਇਹ ਇਸ ਖਾਤਰ ਹੀ ਪੰਜਾਬੀ ਜਾਣੇ ਜਾਂਦੇ ਆ ਵੀ ਚਲੋ ਕੋਈ ਨਹੀਂ, ਹਨਾ। ਤੇ ਔਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਉਦੋਂ ਮੈਨੂੰ ਪੋਲੀਟੀਕਲ ਆਈਡੀਓਲੋਜੀਜ਼ ਦੀ ਇਸ ਕਦਰ ਸਮਝ ਵੀ ਨਹੀਂ ਸੀ। ਉਹਨਾਂ ਇਵੋਲਵ ਹੋਣ ਦਾ ਪ੍ਰੋਸੈਸ ਹੁੰਦਾ, ਹੌਲੀ ਹੌਲੀ ਤੁਸੀਂ ਇਵੋਲਵ ਹੋ ਕੇ ਤੁਹਾਡੀ ਸਮਝ ਇਸ ਤਰ੍ਹਾਂ ਬਣਦੀ ਆ ਵੀ ਹਾਂ ਯਾਰ ਇਹ ਗੱਲ ਥੋੜੀ ਜੀ ਜ਼ਿਆਦਾ ਸੀਰੀਅਸ ਆ। ਪਹਿਲਾਂ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਐਡੀ ਕੋਈ ਵੱਡੀ ਗੱਲ ਨਹੀਂ ਆ, ਆਪਸ 'ਚ ਬੈਠ ਕੇ ਚੀਜ਼ਾਂ ਸੁਲਝਾਈਆਂ ਜਾ ਸਕਦੀਆਂ। ਪਰ ਉਹ ਪੋਲੀਟੀਕਲ ਆਈਡੀਓਲੋਜੀਜ਼ ਦੀ ਸਮਝ ਵੀ ਉਦੋਂ ਹੀ ਆਉਂਦੀ ਆ ਜਦੋਂ ਤੁਹਾਡਾ ਵਾਹ ਪੈਂਦਾ ਚੀਜ਼ਾਂ ਨਾਲ। ਸੋ ਟਾਣਾ ਸਾਹਿਬ, ਇਸ ਵੇਲੇ ਜਿੰਨੇ ਵੀ ਜਵਾਬ ਇਹਨਾਂ ਨੇ ਦਿੱਤੇ ਨੇ, ਦੇਖੋ ਸਵਾਲ ਹੋਰ ਵੀ ਕਈ ਸਾਰੇ ਨੇ। ਜਿਵੇਂ ਪਿਛਲੇ ਦਿਨੀ ਮੈਂ ਇੱਕ ਹੋਰ ਟਵੀਟ ਵੇਖ ਰਹੀ ਸੀ, ਉਹ ਸੰਜੇ ਸਿੰਘ ਹੋਰਾਂ ਨੇ ਕੀਤਾ ਹੋਇਆ ਸੀ, ਜਿਹਦੇ ਵਿੱਚ ਤੁਹਾਡੀ ਤਸਵੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਬਹੁਤ ਪ੍ਰਮੁੱਖਤਾ ਦੇ ਨਾਲ ਅੱਗੇ ਤੋਂ ਅੱਗੇ ਫੈਲੀ ਹੈ। ਸੋ ਉਹਦੇ ਬਾਰੇ ਵੀ ਕਾਫੀ ਸਫਾਈਆਂ ਦੇਣੀਆਂ ਪਈਆਂ ਹੋਣਗੀਆਂ। ਨਹੀਂ ਜੀ, ਉਹ ਤਸਵੀਰ ਨਾ ਅਸੀਂ ਚੋਣਾਂ ਦੇ ਦੌਰਾਨ ਹੀ ਗਏ ਸੀ ਦਿੱਲੀ, ਤੇ ਮੈਨੂੰ ਸਨੀ ਬਾਈ ਨੇ ਬੁਲਾਇਆ ਉੱਥੇ ਵੀ ਆ ਜਾ, ਤੇ ਆਪਾਂ ਵੀ PMO ਆਫਿਸ, PMO ਜਾਣਾ, ਹੈ ਨਾ, ਉਹਨਾਂ ਦੀ ਪ੍ਰਾਈਮ ਮਿਨਿਸਟਰ ਦੀ ਰੈਜ਼ੀਡੈਂਸ ਜਾਣਾ। ਤੇ ਉਦੋਂ ਦੀ ਤਸਵੀਰ ਆ। ਤੇ ਉਦੋਂ ਜਦੋਂ ਉਹਨਾਂ ਨੂੰ ਮਿਲਣ ਗਏ ਸੀ, ਹਾਲਾਂਕਿ ਬਾਰੇ ਤੁਹਾਡੇ ਤੋਂ ਸਵਾਲ ਹੋਏ, ਕਿਸੇ ਨੇ ਆ ਕੇ ਪੁੱਛਿਆ ਵੀ ਬਾਈ ਆ ਕੀ ਆ, ਅਸੀਂ ਤੇਰੇ ਤੇ ਵਿਸ਼ਵਾਸ ਕਰਦੇ ਸੀ ਵੀ ਆ ਮੋਦੀ ਹੁਣਾਂ ਦੇ ਨਾਲ ਫੋਟੋ, ਤੇ ਫਿਰ ਉਹਦਾ ਕੀ ਜਵਾਬ ਸੀ? ਨਹੀਂ, ਇਹ ਤਾਂ ਬਹੁਤ ਹੋਏ ਆ ਜੀ। ਪਹਿਲਾਂ ਇਹ ਫੋਟੋ 3-4 ਮਹੀਨੇ ਪਹਿਲਾਂ ਹੀ ਵਾਇਰਲ ਹੋ ਗਈ ਸੀ, ਹਨਾ। ਤੇ ਜਦੋਂ ਇਹਨਾਂ ਚੀਜ਼ਾਂ ਦੇ ਨਾਲ ਹੀ ਤਾਂ ਜੋੜ ਦਿੱਤਾ ਜਾਂਦਾ। ਬਾਈ ਜੀ, ਮੰਨਦੇ ਹੋ ਕਿ ਤੁਹਾਨੂੰ ਵੀ ਬੀਜੇਪੀ ਦਾ IT ਸੈੱਲ ਬਦਨਾਮ ਕਰ ਰਿਹਾ? ਮੰਨਦੇ ਹੋ ਇਹ ਗੱਲ ਕਿ ਨਹੀਂ? ਬਾਈ ਜੀ, ਪਤਾ ਨਹੀਂ ਕਿਹਦਾ ਸੈੱਲ ਕੀ ਬਦਨਾਮ ਕਰ ਰਿਹਾ, ਕਿਉਂਕਿ ਗੱਲ ਇਹ ਹੁੰਦੀ ਆ ਵੀ ਫੋਟੋ ਦੇ ਆਧਾਰ ਤੇ ਤੁਸੀਂ ਕਿਸੇ ਦੀ ਕਿਰਦਾਰਕੁਸ਼ੀ ਕਰ ਦੇਣੀ, ਫੋਟੋ ਦੇ ਆਧਾਰ ਤੇ ਜਾਂ ਬਿਨਾਂ ਕਿਸੇ ਗੱਲ ਦੇ ਆਧਾਰ ਤੇ ਤੁਸੀਂ ਕਿਸੇ ਤੇ ਟੈਗ ਲਾ ਦੇਣੇ, ਹਨਾ, ਉਹਨੂੰ ਉਹਦੇ ਤੇ ਠੱਪੇ ਲਾ ਦੇਣੇ, ਤੇ ਤੁਹਾਡੇ ਕੋਲੇ ਇੱਕ ਵੀ ਗੱਲ ਨਹੀਂ ਹੋਣੀ ਉਹਨੂੰ ਪ੍ਰੂਵ ਕਰਨ ਵਾਸਤੇ, ਉਹਨੂੰ ਸਹੀ ਠਹਿਰਾਉਣ ਵਾਸਤੇ ਇੱਕ ਵੀ ਗੱਲ ਨਹੀਂ ਹੋਣੀ। ਫਿਰ ਜਿਨ੍ਹਾਂ ਨੂੰ ਤੁਸੀਂ 25-25, 30-30, 40-40 ਸਾਲ ਵੋਟਾਂ ਪਾਈਆਂ, ਜਿਹੜੇ ਸ਼ਰੇਆਮ ਉਹਨਾਂ ਦੇ ਹੱਕ 'ਚ ਭੁਗਤੇ ਆ, ਉਹਨਾਂ ਨੂੰ ਤੁਸੀਂ ਨੇਤਾ ਬਣਾਈ ਫਿਰਦੇ ਹੋ। ਅੱਜ ਤੱਕ ਦੀਪ ਸਿੱਧੂ ਨੇ ਨਾ ਤਾਂ ਇਹ ਗੱਲ ਕਦੇ ਕੀਤੀ ਆ ਵੀ ਕੋਈ ਅਹੁਦਾ ਇੰਜੋਏ ਕੀਤਾ, ਔਰ ਦੀਪ ਸਿੱਧੂ ਉਹ ਪਾਲਾ ਛੱਡ ਕੇ ਆ ਗਿਆ ਜਿੱਥੇ ਉਹਨੂੰ ਸਭ ਕੁਝ ਮਿਲ ਸਕਦਾ ਸੀ। ਉਹਨੂੰ ਇਹੋ ਜਿਹਾ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ, ਉਹ ਛੱਡ ਕੇ ਇੱਧਰ ਆ ਗਿਆ। ਤੇ ਇੱਧਰ ਆ ਕੇ ਕਿੰਨੀ ਛੋਟੀ ਜੀ ਗੱਲ ਕਹਿ ਦਿੱਤੀ ਜਾਣੀ ਵੀ ਮੈਂ ਆਪਦਾ ਸਿਆਸੀ ਗਰਾਊਂਡ ਤਿਆਰ ਕਰ ਰਿਹਾ, ਔਰ ਮੈਂ ਉਹ ਇਹ ਵੀ ਕਹਿਣਾ ਵੀ ਮੈਂ ਚੋਣਾਂ ਵੀ ਨਹੀਂ ਲੜਨੀਆਂ, ਫਿਰ ਵੀ ਕਹਿ ਦਿੰਦੇ ਆ ਵੀ ਨਹੀਂ ਸਿਆਸੀ ਗਰਾਊਂਡ ਤਿਆਰ ਕਰ ਰਿਹਾ। ਸਿਆਸੀ ਗਰਾਊਂਡ ਤਾਂ ਮੇਰੇ ਕੋਲੇ ਤਿਆਰ ਸੀ ਉੱਥੇ, ਫਿਰ ਤਾਂ ਉੱਥੇ ਸਭ ਕੁਝ ਪਿਆ ਸੀ। ਉਹ ਸਿਆਸੀ ਗਰਾਊਂਡ ਛੱਡਣ ਦੀ ਮੈਨੂੰ ਕੋਈ ਲੋੜ ਨਹੀਂ ਸੀ। ਇੱਕ ਅੱਧੀ ਟਿਕਟ ਹੀ ਲੈਣੀ ਆ, ਜਦੋਂ ਮਰਜ਼ੀ ਲੈ ਲੈਂਦੇ ਉੱਥੋਂ। ਪਰ ਬਾਈ ਜੀ, ਇੱਕ ਗੱਲ ਹੋਰ ਦੱਸੋ ਜਾਂਦੇ ਜਾਂਦੇ ਕਿ ਤੁਸੀਂ RSS ਦੇ ਨਾਲ ਵੀ ਨਹੀਂ ਸੰਬੰਧ ਰੱਖਦੇ, ਤੁਹਾਡਾ BJP ਦੇ ਨਾਲ ਵੀ ਕੋਈ ਸੰਬੰਧ ਨਹੀਂ। ਆਉਂਦੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਕੋਈ ਮੌਕਾ ਮਿਲੇ ਕਿਸੇ ਵੀ ਸਿਆਸੀ ਧਿਰ ਦੇ ਵੱਲੋਂ, ਤੁਸੀਂ ਵੋਟਾਂ ਦੇ ਵਿੱਚ ਖੜਨ ਦੀ ਇੱਛਾ ਰੱਖਦੇ ਹੋ ਕਿ ਨਹੀਂ ਰੱਖਦੇ? ਨਹੀਂ ਜੀ, ਮੈਂ ਦੇਖੋ ਹਮੇਸ਼ਾ ਕਹਿਣਾ, ਜਿੰਨੀਆਂ ਸਾਡੀਆਂ ਪਾਰਟੀਆਂ ਹੁਣ ਤੱਕ ਦੀਆਂ, ਉਹਨਾਂ ਦਾ ਕੋਈ ਨਾ ਕੋਈ ਵਾਹ ਵਾਸਤਾ ਦਿੱਲੀ ਨਾਲ ਆ, ਉਹਨਾਂ ਦਾ ਸੰਚਾਲਨ ਦਿੱਲੀ ਤੋਂ ਹੁੰਦਾ। ਜਦੋਂ ਉਹਨਾਂ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ। ਕੱਲ੍ਹ ਨੂੰ ਪੰਜਾਬ ਦੀ ਕੋਈ ਖੇਤਰੀ ਰਾਜਨੀਤਿਕ ਪਾਰਟੀ ਉੱਠੂਗੀ, ਉਹਨਾਂ ਨੂੰ ਸਪੋਰਟ ਕਰੂੰਗਾ, ਪੰਜਾਬ ਦੇ ਹੱਕਾਂ ਖਾਤਰ ਉਹਨਾਂ ਨੂੰ ਜਿਤਾ ਕੇ ਵੀ ਲੈ ਕੇ ਆਵਾਂਗੇ, ਜਿਹੜੀ ਪੰਜਾਬ ਦਾ ਨਿਰੋਲ ਸਿਆਸਤ ਕਰਦੀ ਹੋਈ, ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਲੋਕਾਂ ਦੀ ਸਿਆਸਤ ਕਰਦੀ ਹੋਈ, ਪਰ ਚੋਣਾਂ ਨਹੀਂ ਲੜਨੀਆਂ। ਹੁਣ ਤੁਸੀਂ ਥੋੜਾ ਜਿਹਾ ਪਛਾਣ ਜਿਹਨੂੰ ਪੈਰ ਖਿੱਚੇ ਹੋਏ ਆ। ਹਾਂਜੀ, ਮੇਰਾ ਖਿਆਲ ਆ ਵੀ ਤੁਸੀਂ ਇਹ ਸੋਚਦੇ ਹੋਵੋਗੇ, ਸ਼ਾਇਦ ਮੇਰਾ ਖਿਆਲ ਆ ਵੀ ਚਲੋ ਜਿਹੜੇ ਮੂਹਰੇ ਲੱਗੇ ਆ ਉਹਨਾਂ ਨੂੰ ਠੀਕ ਆ, ਅਸੀਂ ਪਿੱਛੇ ਹੀ ਠੀਕ ਆ। ਹਾਂਜੀ,
ਇਹ ਤੁਹਾਡੀ ਨਿਰਾਸ਼ਾ ਦੇ ਵਿੱਚ ਇਹ ਗੱਲ ਵੀ ਜਾਂ ਤੁਸੀਂ ਸੋਚਦੇ ਹੋਵੋਗੇ ਵੀ ਯਾਰ ਚਲੋ ਕੋਈ ਗੱਲ ਨਹੀਂ, ਜਿਵੇਂ ਤੁਸੀਂ ਕਹਿੰਦੇ ਆਪਾਂ ਉਵੇਂ ਹੀ ਕਰ ਲੈਂਦੇ ਹਾਂ? ਨਹੀਂ ਨਿਰਾਸ਼ਾ ਨਹੀਂ ਜੀ। ਗੱਲ ਆਏ ਆ ਵੀ ਅੱਜ ਜਿੱਥੇ ਅਸੀਂ ਖੜੇ ਆ ਨਾ, ਉਹ ਬੜੀ ਫੈਸਲਾਕੁਨ ਘੜੀ ਆ। ਇੱਥੇ ਆਪਸ ਚ ਪਾੜ ਨਹੀਂ ਹੁਣ ਪਾਇਆ ਜਾ ਸਕਦਾ। ਇੱਥੇ ਤਾਂ ਨਾਲ ਇੱਕ ਵਾਰੀ ਤੁਰਨਾ ਪਊਗਾ, ਜਿਵੇਂ ਸਾਡੀ ਲੀਡਰਸ਼ਿਪ ਸਾਨੂੰ ਅਗਵਾਈ ਦੇ ਰਹੀ ਆ। ਪਰ ਨਾਲ ਜਿਵੇਂ ਮੈਂ ਕਿਹਾ, ਜਿੱਥੇ ਕੋਈ ਸਟੈਪ ਉਹਨਾਂ ਨੇ ਇਹੋ ਜਿਹਾ ਲਿਆ ਜਿਹੜਾ ਸਾਡੇ ਹਿੱਤਾਂ ਨੂੰ ਉਹਦੀ ਰਾਖੀ ਨਹੀਂ ਕਰਦਾ, ਫਿਰ ਉਹਨੂੰ ਪੁਆਇੰਟ ਆਊਟ ਕਰਨਾ ਵੀ ਮੇਰਾ ਫਰਜ਼ ਬਣਦਾ। ਗੋਦੀ ਮੀਡੀਆ ਦੇ ਬਾਰੇ ਕੀ ਵਿਚਾਰ ਆ? ਦੇਖੋ, ਉਹ ਤਾਂ ਖਰੀਦਿਆ ਹੋਇਆ ਮੀਡੀਆ ਹੈ ਨਾ। ਨੈਸ਼ਨਲ ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਆ ਜਦੋਂ ਉਹ ਨਿਰਪੱਖਤਾ ਨੂੰ ਛੱਡ ਕੇ, ਤੇ ਜੇ ਅਸੀਂ ਇੱਕ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਚੌਥਾ ਪਿੱਲਰ ਕਿਹਾ ਜਾਂਦਾ, ਹਮੇਸ਼ਾ ਅਸੀਂ ਇਹ ਡਿਸਕਸ ਕਰਦੇ ਹਾਂ, ਤੇ ਉਹ ਆਪਦਾ ਜਿਹੜਾ ਕਿਰਦਾਰ ਹੀ ਛੱਡ ਕੇ ਤੇ ਸਿਰਫ ਸਰਕਾਰਾਂ ਦੇ ਹੱਕ 'ਚ ਹੀ ਭੁਗਤਣਾ ਤੇ ਸਰਕਾਰਾਂ ਨੂੰ ਹੀ ਹਮੇਸ਼ਾ ਸਹੀ ਠਹਿਰਾਉਣਾ, ਤੇ ਮੈਨੂੰ ਲੱਗਦਾ ਇਹ ਉਹਨਾਂ ਲਈ ਸ਼ਰਮ ਵਾਲੀ ਗੱਲ ਆ। ਤੇ ਓਨਾ ਹੀ ਮਾਣ ਸਾਨੂੰ ਤੁਹਾਡੇ ਸਾਰਿਆਂ ਤੇ ਆ ਜੋ ਤੁਸੀਂ ਇਸ ਅੰਦੋਲਨ 'ਚ ਆਪਦਾ ਸਾਥ ਵੀ ਨਿਭਾਇਆ, ਤੇ ਪਰ ਜਿਹੜਾ ਰੋਲ ਅਦਾ ਕੀਤਾ ਤੁਸੀਂ, ਲਿਟਰਲੀ ਉਸ ਮੀਡੀਆ ਨੂੰ ਪਿੱਛੇ ਛੱਡ ਕੇ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਬੁਲੰਦ ਕੀਤੀ ਹੈ। ਬਹੁਤ ਮਿਹਰਬਾਨੀ। ਤੇ ਬਾਈ ਜੀ ਅਸੀਂ ਨਾ ਸਵਾਲ ਮੈਂ ਜਾਂਦੇ ਜਾਂਦੇ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਤੁਸੀਂ ਖੇਤਰੀ ਪਾਰਟੀਆਂ ਦਾ ਜ਼ਿਕਰ ਕੀਤਾ ਸੀ, ਕੀ ਲੱਗਦਾ ਹੈ ਇਸ ਅੰਦੋਲਨ ਦੇ ਵਿੱਚੋਂ ਕੋਈ ਖੇਤਰੀ ਪਾਰਟੀ ਪੰਜਾਬ ਦੀ ਨਿਕਲੇਗੀ ਜਾਂ ਨਹੀਂ? ਦੇਖੋ, ਇਹ ਤਾਂ ਹੁਣ ਅੱਜ ਨਾ ਇਹ ਆਰਗੇਨਾਈਜੇਸ਼ਨ ਸਟਰਕਚਰ ਦੀ ਗੱਲ ਆ। ਕਈ ਵਾਰੀ ਅੰਦੋਲਨਾਂ ਦਾ ਬਾਏ ਪ੍ਰੋਡਕਟ ਹੁੰਦਾ ਵੀ ਸਿਆਸਤ ਉਥੋਂ ਆਪਦੇ ਆਪ ਪ੍ਰਗਟ ਹੋ ਜਾਂਦੀ ਹੈ, ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਸਾਡੀ ਜ਼ਰੂਰਤ ਆ। ਸੋ ਇਹ ਲੋਕਾਂ ਨੇ ਦੇਣਾ ਹੁੰਦਾ ਹੈ ਨਾ। ਇਹਦਾ ਕੋਈ ਪ੍ਰੋਡਿਕਸ਼ਨ ਕੋਈ ਬੰਦਾ ਕਰੇ, ਧੱਕੇ ਨਾਲ ਬਣਾ ਕੇ ਲੈ ਆਵੇ, ਮੇਰੇ ਖਿਆਲ 'ਚ ਉਹ ਸਕਸੈਸਫੁਲ ਨਹੀਂ ਹੁੰਦੀ, ਕਿਉਂਕਿ ਆਪਦੀ ਕਿਸੇ ਦੀ ਸਮਝ 'ਚੋਂ ਪੈਦਾ ਹੋਈ ਗੱਲ ਆ। ਉਹੀ ਉੱਥੇ ਹੀ ਤਾਂ ਮੇਰਾ ਮੇਨ ਓਬਜੈਕਸ਼ਨ ਸੀ ਜਦੋਂ ਆਪਾਂ ਗੱਲ ਕੀਤੀ ਕਾਮਰੇਡੀ ਦੀ, ਉੱਥੇ ਉਸ ਓਬਜੈਕਸ਼ਨ ਦੀ ਗੱਲ ਕੀਤੀ ਵੀ ਕਿਸੇ ਦੀ ਸਮਝ 'ਚੋਂ ਇਹ ਗੱਲ ਪੈਦਾ ਹੋ ਰਹੀ ਆ, ਲੋਕਾਂ ਦੀ ਸਮਝ 'ਚੋਂ ਪੈਦਾ ਹੋਣੀ ਚਾਹੀਦੀ ਹੈ ਨਾ। ਤੇ ਜਨ ਅੰਦੋਲਨ 'ਚੋਂ ਲੋਕ ਡਿਸਾਈਡ ਕਰਨ, ਸੰਗਤ ਡਿਸਾਈਡ ਕਰੇ, ਫਿਰ ਉਹ ਆਰਗੈਨਿਕ ਪ੍ਰੋਸੈਸ ਹੁੰਦਾ ਇੱਕ। ਹਾਂ ਬਾਈ ਜੀ, ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਤੇ ਤੁਸੀਂ ਡਟੇ ਰਹੋ। ਅਸੀਂ ਇਹ ਚਾਹੁੰਦੇ ਆ ਵੀ ਅੱਗੇ ਨਹੀਂ ਤਾਂ ਪਿੱਛੇ ਹੀ ਸਹੀ, ਪਿੱਛੇ ਨਹੀਂ ਤਾਂ ਅੱਗੇ ਹੀ ਸਹੀ, ਵਿਚਾਲੇ ਹੀ ਸਹੀ, ਪਰ ਖੜੇ ਰਹੋ, ਨਿਰਾਸ਼ ਨਾ ਹੋਵੋ, ਦਿਲੀ ਤੌਰ ਦੇ ਉੱਤੇ ਜ਼ਿੰਦਾਬਾਦ ਰਹੋ। ਨਹੀਂ ਜੀ, ਜ਼ਿੰਦਾਬਾਦ ਹੈ ਜੀ, ਬਿਲਕੁਲ। ਜਿਹੜੀਆਂ ਗੁੜਤੀਆਂ ਸਾਨੂੰ ਮਿਲੀਆਂ, ਇਹੀ ਜਿਵੇਂ ਮੈਂ ਕਿਹਾ, ਜਜ਼ਬਾਤ ਕਈ ਵਾਰੀ ਤੁਹਾਨੂੰ ਇਮੋਸ਼ਨਲ ਕਰ ਦਿੰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਦੇ ਜਿਹੜੀਆਂ ਗੁੜਤੀਆਂ ਯੋਧਿਆਂ ਤੋਂ ਲਈਆਂ ਉਹ ਤੋਂ ਪਿੱਛੇ ਹਟ ਜਾਾਂਗੇ ਮੈਦਾਨ। ਬਹੁਤ ਮਿਹਰਬਾਨੀ, ਤੁਸੀਂ ਫੋਨ ਚੱਕਿਆ ਕਰੋ ਤੇ ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਬਹੁਤ ਮਿਹਰਬਾਨੀ। ਹਾਂਜੀ, ਬਹੁਤ ਚੰਗਾ ਲੱਗਾ ਜੀ। ਇਸ ਵਕਤ ਅਸੀਂ ਦੀਪ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਸਾਰੇ ਭੈਣਾਂ ਵੀਰ ਨੇ ਜਿਹੜੇ ਇਸ ਵਕਤ ਇੱਥੇ ਵੱਡੀ ਗਿਣਤੀ ਦੇ ਵਿੱਚ ਖੜੇ ਆ, ਤੇ ਆਪਾਂ ਲਗਾਤਾਰਤਾ ਇੱਥੋਂ ਪ੍ਰੋਗਰਾਮਾਂ ਦੀ ਹਰਮੰਜੀ ਬਣਾਈ ਰੱਖਣੀ ਆ, ਤੇ ਸਮਾਪਤੀ ਹੁਣ ਤੁਸੀਂ ਕਰ ਦਿਓ ਜੀ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।